ਸ੍ਰੀ ਵਾਹਿਗੁਰੂ। ਸ੍ਰੀ ਵਾਹਿਗੁਰੂ ਜੀ। ਗੁਰੂ ਨਾਨਕ ਪਦ ਬੰਦਨ ਪਦ ਸਿਮਰੋ ਅੰਗਦ ਗੁਰ ਅਮਰਦਾਸ ਹਿਰਦੈ ਨਿਤ ਧਿਆਵੋ ਹਿਰਦੈ ਨਿਤ ਸ਼੍ਰੀ ਗੁਰੂ ਰਾਮਦਾਸ ਗੁਣ ਗੁਰੂ ਅਰਜਨ ਬਿਘਨਨ ਕੇ ਬਿਘਨਨ ਹਰ ਗੋਬਿੰਦ ਸ਼ੁਭ ਮਤ ਸ਼੍ਰੀ ਹਰਿ ਰਾਏ ਨਮੋ ਜੋਰੀ ਨਮੋ ਸ੍ਰੀ ਹਰਿ ਕ੍ਰਿਸ਼ਨ ਮਨਾਉ ਤੇਗ ਬਹਾਦਰ ਪਰਮ ਵਾਹਿਗੁਰੂ ਪਰਮ ਸ਼੍ਰੀ ਗੁਰੂ ਗੋਬਿੰਦ ਸਿੰਘ ਤਰੋ ਤਹਰਾ ਪਰ ਪੁਨ ਪੁਨ ਸੀਸਾ ਜੀ ਪੁਨ ਪੁਨ ਸੀਸਾ ਬੰਦੋ ਬਾਰ ਬਾਰ ਜਗਦੀਸਾ ਏਕੰਕਾਰ ਸਤਿਗੁਰੂ ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬੇਗਨ ਬਿਨਾਸਨ ਸੋਏ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਵੈਰਾਗ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਦੋਹਰਾ ਪਿਛਲ ਪਾਏ ਸ਼੍ਰੀ ਅਮਰ ਜੀ ਗਾਉਂਦੇ ਕੇ ਸੰਗ ਜਾਏ ਸਨੇ ਸਨੇ ਮਗ ਚਲਤ ਹੈ ਜਪ ਜੀ ਪਾਠ ਕਰਾਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਕ ਪਵਿੱਤਰ ਪਾਵਨ ਹਜ਼ੂਰੀ 'ਚ ਜੁੜ ਬੈਠੀ ਗੁਰੂ ਕੀ ਸਾਜੀ ਔਰ ਨਵਾਜੀ ਹੋਈ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ ਵਡਭਾਗੀ ਹੋ। ਸੰਧਿਆ ਵੇਲੇ ਦੇ ਸਜੇ ਹੋਏ ਦੀਵਾਨਾਂ 'ਚ ਇਕੱਤਰ ਹੋ ਕੇ ਸਤਿਗੁਰਾਂ ਦੀ ਰੱਬੀ ਬਾਣੀ ਦੇ ਸ਼ਬਦ ਕੀਰਤਨ ਰਾਗੀ ਸਿੰਘਾਂ ਦੀ ਰਸਨਾ ਤੋਂ ਬਹੁਤ ਹੀ ਅਦਬ ਸਤਿਕਾਰ ਸ਼ਰਧਾ ਭਾਵਨਾ ਸਹਿਤ ਆਪ ਜੀ ਨੇ ਸਰਵਣ ਕੀਤੇ ਹਨ। ਆਪਣਾ ਸਮਾਂ ਗੁਰੂ ਲੇਖੇ ਲਾ ਕੇ ਸਫਲਾ ਔਰ ਸਕਾਰਥਾ ਕੀਤਾ ਹੈ। ਅੱਜ ਦੇ ਦਿਨ ਭਾਦਰੋਂ ਸੁਦੀ ਅਸ਼ਟਮੀ ਰਵਿਵਾਰਾ ਤੀਰ ਸਤੱਦਰਵ ਗ੍ਰੰਥ ਸੁਧਾਰਾ ਸੰਮਤ 17 ਸਹਿਸ ਭਣਿਜੈ ਅਰਧ ਸਹਿਸ ਪੁਨ ਤੀਨ ਕਹੀਜੈ
ਭਾਦਰਵ ਸੁਦੀ ਅਸ਼ਟਮੀ ਰਵਿਵਾਰਾ ਤੀਰ ਸਤਦਰਵ ਗ੍ਰੰਥ ਸੁਧਾਰਾ। ਇਤ ਸ੍ਰੀ ਚਰਿਤ੍ਰ ਪਖਿਆਨੇ ਤ੍ਰਿਆ ਚਰਿਤਰੇ ਮੰਤਰੀ ਭੂਪ ਸੰਵਾਦੇ 405 ਚਰਿਤ੍ਰ ਸਮਾਪਤ ਮਸਤ ਸੁਭ ਮਸਤ ਅਫਜੂ। ਕਲਗੀਧਰ ਸਵਾਮੀ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ ਗੁਰਦੁਆਰਾ ਬਿਪੌਰ ਸਾਹਿਬ ਵਿਖੇ ਅੱਜ ਦੇ ਦਿਨ ਚਰਿਤ੍ਰੋਪਖਿਆਨ ਬਾਣੀ ਨੂੰ ਸੰਪੰਨ ਕੀਤਾ। ਚਰਿਤ੍ਰੋਪਖਿਆਨ ਬਾਣੀ ਨੂੰ ਸੰਪੰਨ ਕਰਕੇ ਅਖੀਰ ਵਿੱਚ ਅਕਾਲ ਪੁਰਖ ਦੇ ਚਰਨਾਂ 'ਚ ਬੇਨਤੀ ਰੂਪ ਵਿੱਚ ਚੌਪਈ ਸਾਹਿਬ ਜੀ ਦੀ ਮਹਾਰਾਜ ਜੀ ਨੇ ਰਚਨਾ ਕੀਤੀ। ਉਹ ਅੱਜ ਦੇ ਦਿਨ ਰਚਨਾ ਸੰਪੰਨ ਹੋਈ। ਉਹ ਦਿਨ ਸਮੁੱਚਾ ਖਾਲਸਾ ਪੰਥ ਚੌਪਈ ਸਾਹਿਬ ਜੀ ਦੀ ਬਾਣੀ ਦਾ ਜਾਪ ਕਰਦਿਆਂ ਹੋਇਆਂ ਹਾਜ਼ਰੀ ਭਰਦਿਆਂ ਬਾਣੀ ਦਾ ਆਰਾਧਨ ਕਰਦਿਆਂ ਹੋਇਆਂ ਦਿਨ ਮਨਾਉਂਦਾ ਹੈ। ਅੱਜ ਦੇ ਦਿਨ ਬਿਪੌਰ ਸਾਹਿਬ ਵਿਖੇ ਸਮੁੱਚਾ ਪੰਥ ਇਕੱਤਰ ਹੋ ਕੇ ਜੋੜ ਮੇਲੇ ਮਨਾਉਂਦਾ ਹੈ। ਕਲਗੀਧਰ ਸਵਾਮੀ ਜੀ ਨੇ ਇਸ ਪਵਿੱਤਰ ਪਾਵਨ ਬਾਣੀ ਦੀ ਰਚਨਾ ਕੀਤੀ। ਚੌਪਈ ਸਾਹਿਬ ਚਰਿਤ੍ਰੋਪਖਿਆਨ ਬਾਣੀ ਦਾ ਹਿੱਸਾ ਹੈ। ਅਖੀਰ ਵਿੱਚ ਚੌਪਈ ਮਹਾਰਾਜ ਜੀ ਨੇ ਉਚਾਰਨ ਕੀਤੀ ਹੈ। ਚੌਪਈ ਸਾਹਿਬ ਦਾ ਮਹਾਤਮ ਸਤਿਗੁਰੂ ਕਲਗੀਧਰ ਜੀ ਨੇ ਆਪ ਦੱਸਿਆ। ਖਾਲਸਾ ਜੀ 27 ਬੰਦ ਨੇ ਚੌਪਈ ਸਾਹਿਬ ਦੇ, ਮਹਾਂਪੁਰਸ਼ ਦੱਸਦੇ। ਹੁਣ ਚੌਪਈ ਦਾ ਮਤਲਬ ਹੈ 4 ਪੈਰ ਹੋਣ ਜਿਸ ਦੇ, 4-4 ਪੰਕਤੀਆਂ ਦਾ ਇੱਕ ਬੰਦ ਹੈ। 27 ਬੰਦ ਨੇ ਕੁੱਲ, ਤੇ 27 ਨੂੰ 4 ਨਾਲ ਗੁਣਾ ਕਰੋ ਤੇ 108 ਬਣਦਾ ਹੈ। 108 ਦਾ ਮਤਲਬ ਹੈ ਬ੍ਰਹਮ ਦੇ ਗਿਆਨ ਨੂੰ ਪ੍ਰਾਪਤ ਕਰਨ ਵਾਲਾ, ਕਿਉਂਕਿ 108 ਦਾ ਮਤਲਬ ਹੀ ਇਹ ਹੈ। 8 ਚੀਜ਼ਾਂ ਹਨ। ਇਹ ਸਾਰੇ ਸੰਸਾਰ ਵਿੱਚ 8 ਚੀਜ਼ਾਂ ਨੇ। ਇੱਕ 5 ਤੱਤ, 3 ਗੁਣ, 8 ਹੋ ਗਏ ਨਾ। 5 ਤੱਤ ਤੇ 3 ਗੁਣ, ਰਜੋਗੁਣ, ਤਮੋਗੁਣ, ਸਤੋਗੁਣ, 8 ਹੋ ਗਏ। ਇਹਨਾਂ 8 ਤੋਂ 0 ਦਾ ਮਤਲਬ ਹੁੰਦਾ ਹੈ ਵੀ ਰਹਿਤ ਹੋ ਗਿਆ, ਜਿਹੜਾ ਸ਼ੂਨਿਆ। 0 ਦਾ ਮਤਲਬ ਹੈ ਜਿਹੜਾ ਇਹਨਾਂ 8 ਤੋਂ ਰਹਿਤ ਹੋ ਕੇ ਇੱਕ ਵਿੱਚ ਚਲਾ ਗਿਆ, ਇੱਕ ਬ੍ਰਹਮ ਦੇ ਵਿੱਚ ਜਿਸ ਦੀ ਸੁਰਤ ਅਭੇਦ ਹੋ ਗਈ, ਉਹਨੂੰ ਕਹਿੰਦੇ ਨੇ 108। ਮਾਲਾ ਹੁੰਦੀ ਉਹਦੇ ਵੀ 108 ਮਣਕੇ ਹੁੰਦੇ। ਕਈ ਮਹਾਂਪੁਰਸ਼ਾਂ ਦੇ ਨਾਂ ਨਾਲ 108 ਸ਼ਬਦ ਲਾਇਆ ਜਾਂਦਾ ਹੈ। ਹੁਣ 108 ਤੋਂ ਇਲਾਵਾ ਕੋਈ 1008 ਲਿਖੇ ਜਾਂ 10,008 ਲਿਖੇ, ਉਹਦਾ ਕੋਈ ਮਤਲਬ ਨਹੀਂ। 108 ਦਾ ਮਤਲਬ ਹੈ ਕਿ 8 ਦੇ ਵਿਚਕਾਰ ਜਿਹੜੀ 0 ਹੈ, 1 ਤੇ 8 ਦੇ ਵਿਚਕਾਰ 8 ਤੋਂ ਜਿਹੜਾ 0 ਸਿਫਰ ਹੋ ਜਾਏ, ਰਹਿਤ ਹੋ ਗਏ, 1 'ਚ ਚਲਾ ਜਾਏ, ਇੱਕ ਬ੍ਰਹਮ ਦੇ ਵਿੱਚ ਭੇਦ ਹੋ ਜਾਏ, ਉਹਨੂੰ ਕਹਿੰਦੇ 108। ਚੌਪਈ ਸਾਹਿਬ ਦੇ 27 ਬੰਦ ਨੇ। 4 ਵਾਰੀ ਗੁਣਾ ਕਰ ਦਿਓ 27 ਨੂੰ, 108 ਹੋ ਜਾਂਦਾ ਹੈ। ਇਸ ਪਾਵਨ ਬਾਣੀ ਦਾ ਇਹ ਮਾਲਾ ਮੰਤਰ ਹੀ ਹੈ ਇੱਕ ਪ੍ਰਕਾਰ ਦਾ, ਕਿ ਚੌਪਈ ਸਾਹਿਬ ਜੀ ਦੀ ਬਾਣੀ ਦਾ ਜਾਪ ਕਰਕੇ ਆਤਮ ਗਿਆਨ ਦਾ ਸਾਖਸ਼ਾਤਕਾਰ ਹੁੰਦਾ ਹੈ। ਕਲਗੀਧਰ ਜੀ ਨੇ ਇਹਦਾ ਮਹਾਤਮ ਦੱਸਿਆ। ਸੁਨੈ ਗੁੰਗ ਜੋ ਯਾਹੇ ਸੁਰਸ ਨਾ ਪਾਵਈ, ਸੁਨੈ ਮੂੜ ਚਿਤ ਲਾਏ ਚਤਰਤਾ ਆਵਈ, ਦੁਖ ਦਰਦ ਭੋ ਨਿਕਟ ਨ ਤਿਨ ਨਰ ਕੇ ਰਹੈ, ਹੋ ਜੋ ਯਾ ਕੀ ਏਕ ਬਾਰ ਚੌਪਈ ਕੋ ਕਹੈ। ਜਿਹੜਾ ਇੱਕ ਵਾਰ ਇਸ ਚੌਪਈ ਸਾਹਿਬ ਦੇ ਜਾਪ ਨੂੰ ਜਪੇਗਾ, ਗੂੰਗੇ ਬੋਲਣ ਲੱਗ ਪੈਣਗੇ ਤੇ ਬੋਲੇ ਸੁਣਨ ਲੱਗ ਪੈਣਗੇ। ਸਤਿ ਸ੍ਰੀ ਅਕਾਲ। ਔਰ ਜਿੱਥੇ ਗੂੰਗੇ ਬੋਲਣਗੇ ਔਰ ਬੋਲੇ ਸੁਣਨਗੇ, ਉੱਥੇ ਮੂਰਖਾਂ ਨੂੰ ਸਦ ਬੁੱਧੀ, ਚਤੁਰਤਾ ਦਾ ਮਤਲਬ ਹੁੰਦਾ ਸਦ ਬੁੱਧੀ, ਸ੍ਰੇਸ਼ਟ ਮਤ ਦੀ ਪ੍ਰਾਪਤੀ ਹੋਵੇਗੀ। ਇਹ ਐਸੀ ਪਵਿੱਤਰ ਅੰਮ੍ਰਿਤ ਬਾਣੀ ਹੈ। ਉਹਨਾਂ ਦੇ ਦੁੱਖ, ਦਰਦ, ਜਿਤਨੇ ਜਨਮ ਮਰਨ ਦੀ ਪੀੜਾ ਆਦਿਕ ਦਰਦ ਨੇ, ਔਰ ਕਿਤਨੇ ਹੀ ਪ੍ਰਕਾਰ ਦੇ ਭਉ ਨੇ, ਦੁੱਖ ਦਰਦ ਭਉ ਨਿਕਟ ਨਾ ਆਵੇ, ਇਹ ਉਹਨਾਂ ਦੇ ਨੇੜੇ ਨਹੀਂ ਆਉਣਗੇ। ਜਿਹੜੇ ਇੱਕ ਵਾਰ ਇਸ ਪਾਵਨ ਪਵਿੱਤਰ ਚੌਪਈ ਸਾਹਿਬ ਨੂੰ ਜਪਣਗੇ। ਇਹ ਚੌਪਈ ਸਾਹਿਬ ਦਾ ਮਹਾਤਮ ਸਤਿਗੁਰਾਂ ਨੇ ਅੜਿੱਲ 'ਚ ਦੱਸਿਆ। ਇਹ ਅੜਿੱਲ ਛੰਦ ਹੈ। ਸੁਨੈ ਗੁੰਗ ਜੋ ਯਾਹੇ ਸੁਰਸ ਨਾ ਪਾਵਈ, ਸੁਨੈ ਮੂੜ ਚਿਤ ਲਾਏ ਚਤਰਤਾ ਆਵਈ, ਦੁਖ ਦਰਦ ਭੋ ਨਿਕਟ ਨ ਤਿਨ ਨਰ ਕੇ ਰਹੈ,
हो जो या की एक बार चौपई को कह। अज चौपई साहब जी दी इस पावन बाणी दी सिरजना अकाल पुरख दे चरनां विच बेनतियां हन। हमरी करो हाथ दै रक्षा, पूर्ण होए चित की इच्छा, तब चरणन मन रहे हमारा। अपना जान करो प्रतपारा, हमरे दुष्ट सब तुम घाव हो। ये बेनतियां ही ते ने अकाल पुरख दे चरनां विच। तुम्हें छाड़ कोई अवर ना ध्याऊं, जो वर चाहो सो तुम ते पाऊं। ये सब बेनतियां ने अकाल पुरख दे चरनां च। चौपई साहब जी दी बाणी दा जाप जप के कलगीधर जी दे चरनां च अपणियां हाजरियां भी लवाउणियां हन। और जिथे अज पावन बाणी दी रचना दा दिन है, ਉੱਥੇ ਅੱਜ ਮਹਾਨ ਸੇਵਕ ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਸਤਿਗੁਰਾਂ ਦੇ ਅਨੰਨ ਸੇਵਕ ਵਿਧੀ ਚੰਦ ਛੀਨਾ ਗੁਰੂ ਕਾ ਸੀਨਾ ਬਾਬਾ ਬਹਾਦਰ ਬਾਬਾ ਵਿਧੀ ਚੰਦ ਸਾਹਿਬ ਜੀ ਦਾ ਅੱਜ ਦੇ ਦਿਨ ਸੱਚਖੰਡ ਪਿਆਨਾ ਹੋਇਆ। ਦਿਓ ਨਗਰ ਹੈ ਅਯੁੱਧਿਆ ਦੇ ਪਾਸ। ਉੱਥੇ ਪੀਰ ਬੁੱਢਣ ਸ਼ਾਹ ਜੀ ਦੇ ਇੱਕ ਸੇਵਕ ਸਨ ਬਾਬਾ ਸੁੰਦਰ ਸ਼ਾਹ ਜੀ। बाबा विधि चंद साहब जी का उन्होंने इन्ना स्नेह सी, प्रेम सी कि छेवें पातशाह को आग्या लैके कीरतपुर साहब तो अपना शरीर त्यागण लई देवनगर गए और अपने सपुत्र बाबा लाल चंद जी बाबा विधि चंद साहब जी के सपुत्र सन। उन्हां दी बांह गुरु हरगोबिंद साहब नूं फड़ा के आख्या, महाराज किरपा करो अपने इस बच्चे की बांह फड़ के रखियो। ते गुरु हरगोबिंद साहब ने बचन कीते सन, विधि चंद जी कुलां दे विच तुहाडे जुगां ताईं गुरु घर नाल तुहाडी सांझ बनी रहेगी। बाबा विधि चंद साहब जी देवनगर आए। बाबा सुंदर शाह जी नाल बड़ा ही प्रेम सी। उन्हें आख्या, महाराज मैनू सचखंड लैके चलियो। ते बाबा जी ने आख्या सी भी जदों असीं शरीर त्यागांगे तुहाडे नाल ही त्यागांगे ते तुहानूं सचखंड लैके जावांगे नाल। देवनगर जाके अज दे दिन बाबा विधि चंद साहब जी ने अपना 5 भौतिक शरीर बाबा सुंदर शाह जी दे समेत त्यागया और सचखंड गमन कर गए। अगों उन्हां दी संतान वल्लों बाबा जी दे अंगीठे दी कुछ राख लिया के सुर सिंह नगर है तरनताਰਨ ਜ਼ਿਲ੍ਹੇ ਦੇ ਵਿੱਚ ਤਰਨਤਾਰਨ ਸਾਹਿਬ ਦੇ ਨੇੜੇ, ਉੱਥੇ ਆ ਕੇ ਬਾਬਾ ਜੀ ਦੀ ਸਮਾਧੀ ਬਣਾਈ, ਅਸਥਾਨ ਬਣਾਇਆ। ਅੱਜ ਵੀ ਉਹ ਅਸਥਾਨ ਉੱਥੇ ਸੁਸ਼ੋਭਿਤ ਹੈ। ਤੋ ਅੱਜ ਦੇ ਦਿਨ ਤੇ ਕੱਲ ਦੇ ਦਿਨ ਸੁਰ ਸਿੰਘ ਬਕਾਇਦਾ ਬਾਬਾ ਵਿਧੀ ਚੰਦ ਸਾਹਿਬ ਜੀ ਨੂੰ ਚੇਤੇ ਕਰਕੇ ਉਹਨਾਂ ਦੀ ਅੰਸ਼ ਵੰਸ਼ ਵੱਲੋਂ ਸੰਤ ਬਾਬਾ ਅਵਤਾਰ ਸਿੰਘ ਜੀ ਹੋਰ ਸਾਰੇ ਮਹਾਂਪੁਰਸ਼ਾਂ ਵੱਲੋਂ ਦਿਨ ਮਨਾਇਆ ਜਾਂਦਾ, ਜੋੜ ਮੇਲੇ ਬਣਾਏ ਜਾਂਦੇ ਹਨ। ਬਹਾਦਰ ਬਾਬਾ ਵਿਧੀ ਚੰਦ ਸਾਹਿਬ ਜੀ ਦੇ ਚਰਨਾਂ ਤੇ ਉਹਨਾਂ ਦੇ ਸਮਾਵਣ ਦੇ ਦਿਨ ਤੇ ਉਹਨਾਂ ਦੇ ਪਾਵਨ ਚਰਨਾਂ ਤੇ ਕੋਟੀ ਕੋਟੀ ਪ੍ਰਣਾਮ ਤੇ ਨਮਸਕਾਰ ਹੈ। ਲੜੀਵਾਰ ਕਥਾ ਸਤਿਗੁਰੂ ਜੀ ਦੇ ਪਾਵਨ ਇਤਿਹਾਸ ਦੀ ਆਪ ਜੀ ਸਰਵਣ ਕਰ ਰਹੇ ਹੋ। ਤੀਸਰੇ ਪਾਤਸ਼ਾਹ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ दयानिध स्वामी जी नूं धन गुरु अंगद देव साहब जी ने हुक्म किया है। गोंदा खत्तरी आया है, महाराज मेरी कुछ जगह है दरिया दे कंढे, मैं नगर वसाउंदा हाँ, मकान बनाउणा, रात नूं भूत प्रेत आके ढा दिंदे हन। महाराज जी कहण लगे दस ये जगह किवें लई? कहंदा इह जगह दा पता नहीं सी किस दी, मैं झूठी खसम खा के इस केस नूं जित्तिया, ਉਹ ਅਧਰਮ ਮੇਰੇ ਕੋਲੋਂ ਹੋਇਆ। ਪਾਤਸ਼ਾਹ ਕਹਿੰਦੇ ਤਦੇ ਹੀ ਗੁਰੂ ਅੰਗਦ ਸਾਹਿਬ ਕਹਿੰਦੇ ਇੱਥੇ ਆਣ ਕੇ ਭੂਤ ਪ੍ਰੇਤ ਵਸੇ ਹਨ। ਗੁਰੂ ਅਮਰਦਾਸ ਸਾਹਿਬ ਜੀ ਨੂੰ ਕਿਹਾ ਕਿ ਜਾ ਕੇ ਉੱਥੇ ਨਗਰ ਵਸਾਓ। ਪਹਿਲਾਂ ਬਾਬੇ ਦਾਤੂ ਦਾਸੂ ਜੀ ਨੂੰ ਕਿਹਾ, ਪਰ ਦੋਨੋਂ ਸਾਹਿਬਜ਼ਾਦਿਆਂ ਨੇ ਇਨਕਾਰ ਕਰ ਦਿੱਤਾ। ਧੰਨ ਗੁਰੂ ਅਮਰਦਾਸ ਸਾਹਿਬ ਜੀ ਨੇ ਜਗਤ ਗੁਰੂ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਦੇ ਹੁਕਮ ਦੀ ਪਾਲਣਾ ਕੀਤੀ ਹੈ। ਬਿਆਸ ਦਰਿਆ ਦੇ ਕੰਢੇ ਤੇ ਮਹਾਨ ਪਵਿੱਤਰ ਨਗਰੀ जिस नूं गोबिंदपुरी कह सकते हाँ, गोइंदवाल गोबिंदपुरी, वो गोइंदवाल साहिब जो गोबिंद दी पुरी है, परमेश्वर दी नगरी है, वो नगरी गुरु अमरदास साहब जी वसा रहे ने। गोइंदवाल सिक्खी दा धुरा। आओ मन बिरतियां एकाग्र करके गुरु पातशाह जी दी पावन अमृतमयी कथा सरवण करिए। हाजरियां लवाओ, आखो जी सतनाम श्री वाहिगुरु साहिब जी, सतनाम श्री वाहिगुरु साहिब जी। दोहरा
ਪਿਛਲ ਪਾਏ ਸ਼੍ਰੀ ਅਮਰ ਜੀ ਗੋਂਦੇ ਕੇ ਸੰਗ ਜਾਏ। ਖਾਲਸਾ ਜੀ, ਧੰਨ ਗੁਰੂ ਅਮਰਦਾਸ ਸਾਹਿਬ ਜੀ ਦੇ ਅੰਗ ਅੰਗ ਵਿੱਚ ਗੁਰੂ ਸਾਹਿਬ ਦੀ ਭਗਤੀ ਹੈ। ਅੰਗ ਅੰਗ ਭਗਤੀ ਵਿੱਚ ਤਦਾਕਾਰ ਹੈ। ਜਦੋਂ ਗੋਇੰਦਵਾਲ ਸਾਹਿਬ ਨੂੰ ਚੱਲੇ ਨੇ ਨਾ ਗੁਰੂ ਅਮਰਦਾਸ ਸਾਹਿਬ ਖਡੂਰ ਸਾਹਿਬ ਤੋਂ, ਤੇ ਪਿਛਲ ਪਾਏ ਪਿਛਲੇ ਪੈਰੀ ਪਿੱਠ ਨਹੀਂ ਕੀਤੀ ਗੁਰੂ ਸਾਹਿਬ ਦੀ ਨਗਰੀ ਵੱਲ ਕਿ ਸਤਿਗੁਰਾਂ ਵੱਲ ਪਿੱਠ ਨਾ ਹੋਵੇ। ਪਿਛਲ ਪਾਏ ਸ਼੍ਰੀ ਅਮਰ ਜੀ ਗੋਂਦੇ ਕੇ ਸੰਗ ਜਾਏ। ਗੋਂਦੇ ਖੱਤਰੀ ਦੇ ਨਾਲ ਪਿਛਲੇ ਪੈਰੀ, ਗੋਂਦਾ ਸਿੱਧੇ ਪੈਰੀ ਟੁਰਿਆ ਜਾਂਦਾ ਹੈ, ਸਤਿਗੁਰੂ ਜੀ ਪਿਛਲੇ ਪੈਰੀ ਮੁਖ ਖਡੂਰ ਸਾਹਿਬ ਵੱਲ ਹੈ ਔਰ ਪਿੱਠ ਉਧਰਲੇ ਪਾਸੇ ਜਿੱਧਰ ਜਾ ਰਹੇ ਨੇ। ਸਹਿਜੇ ਸਹਿਜੇ ਮਹਾਰਾਜ ਜੀ ਟੁਰੇ ਜਾ ਰਹੇ ਨੇ, ਚਲੇ ਜਾ ਰਹੇ ਨੇ। ਸਨੇ ਸਨੇ ਮਗ ਚਲਤ ਹੈ ਜਪ ਜੀ ਪਾਠ ਕਰਾਏ। ਸਹਿਜੇ ਸਹਿਜੇ ਟੁਰੇ ਜਾਂਦੇ ਨੇ, ਨਾਲ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਜਪਜੀ ਸਾਹਿਬ ਦੀ ਬਾਣੀ ਪੜ੍ਹਦੇ ਜਾ ਰਹੇ ਨੇ। ਖਾਲਸਾ ਜੀ, ਸਫ਼ਰ ਵਿੱਚ ਜਦੋਂ ਵੀ ਹੋਵੇ ਯਤਨ ਕਰਨਾ ਚਾਹੀਏ, ਆਉਂਦਿਆਂ ਜਾਂਦਿਆਂ ਭਜਨ ਹੀ ਕਰੀਏ, ਗੁਰਬਾਣੀ ਦਾ ਜਾਪ ਜਪੀਏ। ਕੋਈ ਵੀ ਬਾਣੀ ਕੰਠ ਹੈ ਉਹ ਪੜ੍ਹ ਲਓ, ਮੂਲ ਮੰਤਰ ਗੁਰ ਮੰਤਰ ਕੋਈ ਸ਼ਬਦ ਚੇਤੇ ਆ ਉਹਦਾ ਜਾਪ ਜਪ ਲੈਣਾ ਚਾਹੀਦਾ ਹੈ। ਸਮਾਂ ਜਾਈ ਨਹੀਂ ਗਵਾਉਣਾ ਚਾਹੀਏ ਸਫ਼ਰ ਦੇ ਵਿੱਚ, ਰਸਤੇ ਵਿੱਚ ਵੀ ਆਉਂਦਿਆਂ ਜਾਂਦਿਆਂ। ਤੋ ਸਤਿਗੁਰੂ ਜੀ ਇਹ ਵਿਧਾਨ ਸਾਡੇ ਵਾਸਤੇ ਪਾ ਰਹੇ ਹਨ। ਪਾਤਸ਼ਾਹ ਟੁਰੇ ਜਾਂਦੇ ਸਹਿਜੇ ਸਹਿਜੇ ਪਿਛਲੇ ਪੈਰੀ, ਔਰ ਨਾਲ ਨਾਲ ਸਹਿਜੇ ਸਹਿਜੇ ਜਪਜੀ ਸਾਹਿਬ ਦੀ ਪਵਿੱਤਰ ਅੰਮ੍ਰਿਤਮਈ ਬਾਣੀ ਉਹ ਪੜ੍ਹਦੇ ਜਾ ਰਹੇ ਹਨ। ਚੋਪਈ ਬ੍ਰਿਧ ਸਰੀਰ ਨਿਬਲ ਕਦ ਛੋਟਾ। ਸਤਿਗੁਰਾਂ ਦਾ ਸਰੀਰ ਬਿਰਧ ਹੋ ਚੁੱਕਾ, 84 ਵਰਿਆਂ ਦੇ ਨੇੜੇ ਉਮਰ ਹੈ ਮਹਾਰਾਜ ਜੀ ਦੀ, ਤੇ ਬਿਰਧ ਹੋਣ ਕਰਕੇ ਸਰੀਰ 'ਚ ਉਹ ਬਲ ਨਹੀਂ ਜਿਹੜਾ ਭਰ ਜਵਾਨੀ 'ਚ ਹੁੰਦਾ ਹੈ, ਔਰ ਨਿਰਬਲ ਸਰੀਰ ਹੈ, ਕੱਦ ਛੋਟਾ। ਪਾਤਸ਼ਾਹ ਦੇ ਤਨ ਦਾ ਸਰੀਰ ਦਾ ਜਿਹੜਾ ਕੱਦ ਹੈ ਉਹ ਛੋਟਾ। ਗੁਰੂ ਅਮਰਦਾਸ ਸਾਹਿਬ ਜੀ ਦਾ ਕੱਦ ਛੋਟੇ ਆਕਾਰ ਦਾ ਸੀ, ਬਹੁਤੇ ਵਿਸ਼ਾਲ ਕਾਇਆ ਵਾਲੇ ਸਾਹਿਬ ਨਹੀਂ ਸਨ। ਕੱਦ ਛੋਟਾ ਹੈ ਸਰੀਰ ਦਾ। ਪਰਮ ਵਿਸਾਲ ਸਬਨ ਕੇ ਓਟਾ। ਕਹਿੰਦੇ ਕੱਦ ਸਰੀਰ ਦਾ ਭਾਵੇਂ ਛੋਟਾ ਪਰ ਹੈਣ ਸਭ ਤੋਂ ਪਰਮ ਵਿਸ਼ਾਲ ਵੱਡੇ, ਜਿਹੜੇ ਸਾਰੇ ਸੰਸਾਰ ਦੀ ਓਟ ਨੇ, ਸਾਰੇ ਸੰਸਾਰ ਦਾ ਆਸਰਾ ਹਨ, ਨਿਓਟਿਆਂ ਦੀ ਓਟ ਹਨ। ਤੀਨ ਕੋਸ ਪਰ ਜਬ ਹੀ ਗਏ। ਜਦੋਂ ਖਡੂਰ ਸਾਹਿਬ ਤੋਂ ਚੱਲ ਕੇ 3 ਕੋਹ ਆ ਗਏ ਨਾ ਪੁੱਠੇ ਪੈਰੀ, ਵੇਖੋ 3 ਕੋਹ ਚਲਦਿਆਂ 3 ਕੋਹ ਤੱਕ ਆਉਂਦਿਆਂ ਨਗਰ ਦਿਸਣਾ ਬੰਦ ਹੋ ਜਾਂਦਾ ਸੀ ਖਡੂਰ ਸਾਹਿਬ। ਇੱਥੇ ਆ ਕੇ ਨਗਰ ਨਜ਼ਰ ਨਹੀਂ ਸੀ ਆਉਂਦਾ। 3 ਕੋਹ ਤੱਕ ਚੱਲ ਕੇ ਆ ਗਏ। ਉੱਥੇ ਅੱਜ ਕੱਲ ਗੁਰੂ ਘਰ ਹੈ। ਉਸ ਪਾਵਨ ਸਥਾਨ ਦਾ ਨਾਮ ਹੈ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ। ਹਾਂਜੀ, ਹੱਥ ਜੋੜ ਤੈ ਠਾਂਡੇ ਪਏ। ਉੱਥੇ ਮਹਾਰਾਜ ਜੀ ਹੱਥ ਜੋੜ ਕੇ ਖਲੋ ਗਏ। ਜਪਜੀ ਪਾਠ ਭੋਗ ਕੋ ਪਾਇਓ। ਜਪਜੀ ਸਾਹਿਬ ਦੀ ਪਾਵਨ ਅੰਮ੍ਰਿਤਮਈ ਬਾਣੀ ਦਾ ਭੋਗ ਪਾਇਆ, ਉੱਥੇ ਖਲੋ ਕੇ ਪੜਿਆ। ਜਿਨੇ ਨਾਮ ਧਿਆਇਆ ਗਏ ਮਸਕਤ ਕਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਇਹ ਕਹਿ ਕੇ ਜਪਜੀ ਸਾਹਿਬ ਦਾ ਭੋਗ ਪਾਇਆ। ਉਰ ਸ਼੍ਰੀ ਅੰਗਦ ਰੂਪ ਬਸਾਇਓ। ਔਰ ਆਪਣੇ ਹਿਰਦੇ ਵਿੱਚ ਧੰਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਬਾਬਾ ਫੇਰੂ ਨੰਦਨ ਜੀ ਦਾ ਸਵਰੂਪ ਆਪਣੇ ਹਿਰਦੇ 'ਚ ਵਸਾਇਆ ਹੈ। ਪਰੇ ਕਰੀ ਅਸ਼ਟਾਂਗ ਪ੍ਰਣਾਮ। ਉੱਥੇ ਪਹਿਲਾਂ ਜ਼ਮੀਨ ਤੇ, ਜਿਵੇਂ ਜ਼ਮੀਨ ਤੇ ਕੋਈ ਡੰਡਾ ਡਿੱਗਦਾ ਨਾ, ਇਉਂ ਡਿੱਗ ਕੇ ਗੁਰੂ ਅੰਗਦ ਸਾਹਿਬ ਦਾ ਧਿਆਨ ਧਾਰ ਕੇ ਅਸ਼ਟਾਂਗ ਡੰਡੋਤ ਕਿ ਸਰੀਰ ਦੇ 8 ਅੰਗ ਜ਼ਮੀਨ ਤੇ ਲੱਗਣ, ਏਦਾਂ ਅਸ਼ਟਾਂਗ ਡੰਡੌਤ ਗੁਰੂ ਅੰਗਦ ਸਾਹਿਬ ਦੇ ਚਰਨਾਂ 'ਚ ਧਿਆਨ ਧਾਰ ਕੇ ਕੀਤੀ। ਸ਼੍ਰੀ ਗੁਰਦੇਵ ਕਿਰਪਾ ਗੁਣ ਧਾਮ। ਸ੍ਰੀ ਗੁਰਦੇਵ ਜੋ ਕਿਰਪਾ ਦੇ ਔਰ ਗੁਣਾ ਦੇ ਘਰ ਹਨ, ਸੁਆਮੀ ਹਨ। ਪੁਨ ਕਰ ਮੁਖ ਦਿਸ਼ ਗੋਇੰਦਵਾਲ। ਇੱਥੋਂ ਨਮਸਕਾਰ ਕਰਕੇ ਇੱਥੋਂ ਹੁਣ ਨਗਰ ਖਡੂਰ ਸਾਹਿਬ ਦਿਸਣਾ ਬੰਦ ਹੋ ਜਾਂਦਾ ਸੀ 3 ਕੋਹ ਤੱਕ ਆਉਂਦਿਆਂ। ਇੱਥੇ ਤੱਕ ਪਹਿਲਾਂ ਪੁੱਠੇ ਪੈਰੀ ਚੱਲ ਕੇ ਆਉਣਾ, ਮੱਥਾ ਟੇਕ ਕੇ ਫਿਰ ਮੁੱਖ ਮਹਾਰਾਜ ਜੀ ਨੇ ਗੋਇੰਦਵਾਲ ਸਾਹਿਬ ਵੱਲ ਕੀਤਾ
ਇਥੋਂ ਫਿਰ ਸਿੱਧੇ ਚਰਨਾਂ ਦੇ ਨਾਲ ਪਾਤਸ਼ਾਹ ਚੱਲਣ ਲੱਗੇ। ਗਮਨੇ ਪੰਥ ਨਿਰਭੈ ਤਿਸ ਕਾਲ, ਔਰ ਨਿਰਭੈਤਾ ਦੇ ਰੰਗ ਰੰਗ ਵਿੱਚ ਰੰਗੇ ਹੋਏ, ਕੋਈ ਭੈ ਨਹੀਂ ਕਿ ਉੱਥੇ ਭੂਤ ਪ੍ਰੇਤ ਵਸਦੇ ਆ ਜਾਂ ਕੁਝ ਹੈ, ਏਦਾਂ ਦਾ ਕੋਈ ਭੈ ਨਹੀਂ। ਸਾਹਿਬ ਜੀ ਦੇ ਹਿਰਦੇ ਵਿੱਚ ਨਿਰਭੈਤਾ ਦੇ ਰੰਗ ਵਿੱਚ ਰੰਗੇ ਟੁਰੇ ਜਾ ਰਹੇ ਨੇ। ਛਰੀ ਗੁਰੂ ਕਰ ਕੀ ਕਰ ਧਾਰੀ, ਧੰਨ ਗੁਰੂ ਅੰਗਦ ਦੇਵ ਸਾਹਿਬ ਜੀ ਨੇ ਚੱਲਣ ਵੇਲੇ ਇੱਕ ਛੜੀ ਦਿੱਤੀ ਸੀ ਬੜੀ ਸੁੰਦਰ। ਆਖਿਆ ਸੀ ਪੁਰਖਾ ਇਹ ਛੜੀ ਲੈ ਜਾਓ, ਜਿੱਧਰ ਲੈ ਕੇ ਜਾਓਗੇ ਭੂਤ ਪ੍ਰੇਤ ਭੱਜ ਜਾਣਗੇ ਅੱਗੇ ਲੱਗ ਕੇ। ਉਹ ਛੜੀ ਗੁਰੂ ਅੰਗਦ ਸਾਹਿਬ ਜੀ ਦੀ, ਗੁਰੂ ਅਮਰਦਾਸ ਸਾਹਿਬ ਜੀ ਦੇ ਪਾਵਨ ਹੱਥਾਂ ਵਿੱਚ ਹੈ। ਸਾਦਰ ਉੱਚੇ ਕਰੀ ਉਠਾਰੀ, ਜਦੋਂ ਗੋਇੰਦਵਾਲ ਸਾਹਿਬ ਆ ਗਏ ਨਾ ਤੇ ਉਹਦਾ ਨਮਸਕਾਰ ਕਰਕੇ ਵੀ ਗੁਰੂ ਸਾਹਿਬ ਜੀ ਦੇ ਹੱਥਾਂ ਦੀ ਛੜੀ ਹੈ, ਉਹਨੂੰ ਉਤਾਂਹ ਨੂੰ ਚੁੱਕਿਆ ਬੜੇ ਸਤਿਕਾਰ ਨਾਲ। ਕਰਕੇ ਆਪਣੋ ਹਾਥ ਅਗਾਰੀ, ਆਪਣਾ ਹੱਥ ਅਗਾਂਹ ਕਰਕੇ ਗੁਰਦੇਵ ਨੇ ਛੜੀ ਚੁੱਕੀ। ਭੂਤ ਪ੍ਰੇਤ ਕੋ ਜਾਏ ਦਿਖਾਰੀ, ਜਾ ਕੇ ਜਦੋਂ ਗੋਇੰਦਵਾਲ ਸਾਹਿਬ ਪਹੁੰਚੇ, ਜਿੱਥੇ ਘਰ ਢੱਠ ਜਾਂਦੇ ਸਨ, ਉੱਥੇ ਆਏ ਤੇ ਛੜੀ ਮਹਾਰਾਜ ਜੀ ਨੇ ਉੱਤੇ ਕਰਕੇ ਉੱਥੇ ਵਸਦਿਆਂ ਪ੍ਰੇਤਾਂ ਤੇ ਭੂਤਾਂ ਨੂੰ ਵਿਖਾਈ। ਪਰੀ ਤਪਤ ਦੀਰਗ ਤੇ ਨਮਾਈ, ਖਾਲਸਾ ਜੀ ਇੱਕਦਮ ਉਹਨਾਂ ਦੇ ਸਰੀਰਾਂ ਨੂੰ ਸਾੜਾ ਪੈਣ ਲੱਗ ਪਿਆ। ਇਹ ਬਦਰੂਆਂ ਜਿਹੜੀਆਂ ਹੁੰਦੀਆਂ ਹਨ, ਪਰਮੇਸ਼ਰ ਦੇ ਭਜਨ ਪ੍ਰਤਾਪ ਦੇ ਨਾਲ ਇਹਨਾਂ ਦੇ ਤਨਾਂ ਨੂੰ ਸਾੜਾ ਪੈਂਦਾ ਹੈ। ਕੁਝ ਦੇਵਰੂਆਂ ਹੁੰਦੀਆਂ ਨੇ ਜਿਨ੍ਹਾਂ ਨੂੰ ਸਕੂਨ ਮਿਲਦਾ ਹੈ, ਉਹ ਕਿਸੇ ਦਾ ਨੁਕਸਾਨ ਨਹੀਂ ਕਰਦੀਆਂ। ਪਰ ਜਿਹੜੀਆਂ ਬਦਰੂਆਂ ਹੁੰਦੀਆਂ ਹਨ, ਇਹ ਸੰਸਾਰ ਵਿੱਚ ਵਰਤਦੀਆਂ, ਇਹ ਉੱਥੇ ਆਣ ਕੇ ਵਸਦੀਆਂ ਨੇ ਜਿੱਥੇ ਇਹਨਾਂ ਦੀ ਬਿਰਤੀ ਵਾਲੇ ਲੋਕ ਰਹਿਣ ਲੱਗ ਪੈਣ। ਯਾਨੀ ਕਿ ਇਹਨਾਂ ਦੀ ਬਿਰਤੀ ਦੇ ਸਮਾਨ ਜਿਨ੍ਹਾਂ ਦੀ ਬਿਰਤੀ ਹੋਵੇ ਉੱਥੇ ਆਣ ਕੇ ਵਸਦੇ ਨੇ। ਜਿਨ੍ਹਾਂ ਨੇ ਕਦੇ ਰੱਬ ਰੱਬ ਨਹੀਂ ਕਰਨਾ, ਭਜਨ ਨਹੀਂ ਕਰਨਾ, ਮਾੜੇ ਭੈੜੇ ਕਰਮਾਂ 'ਚ ਪ੍ਰਵਿਰਤ ਹੋਣਾ, ਭੈੜੀਆਂ ਚੀਜ਼ਾਂ ਘਰ ਦੇ ਵਿੱਚ ਸੁੱਚ ਦਾ ਪਹਿਰਾ ਨਹੀਂ ਰੱਖਣਾ, ਝੂਠ ਦਾ ਵਰਤਾਰਾ ਰੱਖਣਾ ਹੈ। ਤੋ ਇਸ ਪ੍ਰਕਾਰ ਦੇ ਜਿੱਥੇ ਵਰਤਾਰੇ ਹੁੰਦੇ ਆ, ਜਿੱਥੇ ਭਜਨ ਨਹੀਂ ਹੁੰਦਾ, ਉੱਥੇ ਆ ਕੇ ਆਪਣਾ ਨਿਵਾਸ ਕਰਕੇ ਆਪਣਾ ਪ੍ਰਭਾਵ ਪਾਉਂਦੇ ਆ। ਤੋ ਜਦੋਂ ਸਤਿਗੁਰਾਂ ਦਾ ਭਜਨ ਹੋਵੇ ਫਿਰ ਇਹਨਾਂ ਨੂੰ ਸਾੜਾ ਪੈਂਦਾ, ਫਿਰ ਉੱਥੇ ਨਹੀਂ ਰਹਿੰਦੇ। ਇਹ ਗੁਰੂ ਸਾਹਿਬ ਜੀ ਦੇ ਭਜਨ ਦਾ ਪ੍ਰਤਾਪ ਹੈ। ਕਹਿੰਦੇ ਉਹ ਛੜੀ ਮਾਨੋ ਗੁਰੂ ਸਾਹਿਬ ਦਾ ਭਜਨ ਹੈ, ਗੁਰੂ ਅੰਗਦ ਸਾਹਿਬ ਦਾ ਸਿਮਰਨ ਹੈ। ਉਸ ਛੜੀ ਦੇ ਪ੍ਰਤਾਪ ਨੂੰ ਵੇਖਦਿਆਂ ਹੀ ਇਹ ਜਿੰਨੇ ਭੂਤ ਪ੍ਰੇਤ ਸਨ ਇਹਨਾਂ ਦੇ ਸਰੀਰ ਸੜਨ ਲੱਗੇ। ਛਿਨ ਪਰ ਥਿਰਿਓ ਜਾਏ ਤੈ ਨਾਈ, ਇੱਕ ਛਿਨ ਭਰ ਵੀ ਉੱਥੇ ਉਹਨਾਂ ਕੋਲ ਰੁਕਿਆ ਨਹੀਂ ਜਾ ਰਿਹਾ, ਖੜਿਆ ਨਹੀਂ ਜਾ ਰਿਹਾ। ਜਰੇ ਜਾਤ ਤਿਨ ਕੇਰ ਸਰੀਰਾ, ਉਹਨਾਂ ਦੇ ਸਰੀਰ ਸੜਦੇ ਜਾਂਦੇ ਨੇ, ਲੁੱਛਦੇ ਜਾਂਦੇ ਹਨ। ਸੂਖਸ਼ਮ ਸਰੀਰ ਹੁੰਦੇ ਆ ਇਹਨਾਂ ਦੇ, ਉਹ ਜਿਹੜੇ ਸੂਖਸ਼ਮ ਸਰੀਰ ਨੇ ਉਹਨਾਂ ਦੇ ਲੁੱਛਦੇ ਨੇ, ਸੜਦੇ ਨੇ। ਪਏ ਅਤੀਰ ਸੰਭਾਰ ਨਚੀਰਾ, ਕਹਿੰਦੇ ਧੀਰਜ ਨੂੰ ਛੱਡ ਕੇ ਦੌੜੇ ਫਿਰਦੇ, ਭੱਜੇ ਫਿਰਦੇ ਹਨ। ਪਿਤਾ ਪੁੱਤਰ ਕੋ ਨਹਿਨ ਸੰਭਾਰੇ, ਇਹਨਾਂ ਦਾ ਵੀ ਪਰਿਵਾਰ ਹੁੰਦਾ, ਭੂਤਾਂ ਪ੍ਰੇਤਾਂ ਦਾ ਵੀ ਅੱਗੇ ਟੱਬਰ ਹੁੰਦਾ। ਜੂਨੀ ਹੈ ਵੀ 84 ਲੱਖ ਜੂਨੀਆਂ ਚੋਂ। ਕਹਿੰਦੇ ਪਿਓਾਂ ਨੇ ਪੁੱਤ ਨਹੀਂ ਸੰਭਾਲੇ ਤੇ ਪੁੱਤਾਂ ਨੇ ਪਿਓਾਂ ਨੂੰ ਨਹੀਂ ਸੰਭਾਲਿਆ। ਪ੍ਰਾਤ ਪ੍ਰਾਤ ਕੋ ਛੋਰ ਪਧਾਰੇ, ਜਿਹੜੇ ਭਰਾ ਸਨ ਇੱਕ ਦੂਜੇ ਨੂੰ ਛੱਡ ਕੇ ਦੌੜ ਗਏ। ਇਸਤਰੀ ਤਿਆਗ ਚਲੇ ਪਤ ਪ੍ਰੇਤ, ਇਸਤਰੀ ਆਪਣੇ ਪਤੀ ਪ੍ਰੇਤ ਨੂੰ ਛੱਡ ਕੇ ਦੌੜੀ ਜਾਂਦੀ ਹੈ। ਕਿਤੇ ਪਰੇ ਤਰ ਹੋਏ ਅਚੇਤ, ਕਈ ਜ਼ਮੀਨ ਤੇ ਅਚੇਤ ਹੋ ਕੇ ਡਿੱਗ ਪਏ ਨੇ, ਜੜ ਬਣ ਕੇ ਡਿੱਗ ਪਏ ਨੇ, ਉਹਨਾਂ ਨੂੰ ਕੁਝ ਸੁਝਦਾ ਨਹੀਂ। ਹਲਾ ਚਲੀ ਐਸੇ ਤਿੰਨ ਪਰੀ, ਇਹੋ ਜੀ ਹਾਲਾ ਚਲੀ ਪਈ ਉਹਨਾਂ ਭੂਤਾਂ ਪ੍ਰੇਤਾਂ 'ਚ, ਇਹੋ ਜੀ ਭਗਦੜ ਮਚੀ। ਗਏ ਥਾਨ ਤਜ ਥੇਰੇ ਨਾ ਕਰੀ, ਉਹ ਸਾਰੀ ਜਗ੍ਹਾ ਛੱਡ ਕੇ ਉੱਥੋਂ ਦੌੜ ਗਏ, ਇੱਕ ਘੜੀ ਮਾਤਰ ਵੀ ਉੱਥੇ ਟਿਕ ਨਹੀਂ ਸਕੇ, ਖਲੋ ਨਹੀਂ ਸਕੇ। ਹਾਹਾਕਾਰ ਕਰਤ ਭਜ ਚਲੇ, ਹਾਹਾਕਾਰ ਮਚ ਗਈ, ਸਾਰਿਆਂ 'ਚ ਭੱਜਦੇ ਜਾਂਦੇ, ਹਾਏ ਹਾਏ ਦੁਹਾਈ ਕਰਦਿਆਂ। ਸਕਲ ਦਿਸ਼ਨ ਹੋਏ ਸਕੇ ਨਾ ਖਲੇ, ਸਾਰੇ ਪਾਸੇ ਚਾਰੇ ਦਿਸ਼ਾਵਾਂ ਵਾਲੀ ਮੂੰਹ ਕਰਕੇ ਦੌੜੇ, ਜਿੱਧਰ ਕਿਸੇ ਦਾ ਮੁਖ ਸੀ ਉਧਰ ਹੀ ਦੌੜ ਗਏ, ਖਲੋਤੇ ਨਹੀਂ। ਇੰਨਾ ਪ੍ਰਤਾਪ ਸੀ ਗੁਰੂ ਅਮਰਦਾਸ ਸਾਹਿਬ ਦੀ ਛੜੀ ਦਾ। ਜਿਉਂ ਜਿਉਂ ਛੜੀ ਹਿਲਾਵਨ ਕਰਈ, ਦੇਖੋ ਜਿਵੇਂ ਜਿਵੇਂ ਮਹਾਰਾਜ ਜੀ ਛੜੀ ਹਿਲਾਉਂਦੇ ਆ ਨਾ, ਫੇਰਦੇ ਆ ਜਿਵੇਂ ਜਿਵੇਂ, ਤਿਉਂ ਤਿਉਂ ਤਪਤ ਤਿਨੋਂ ਪਰ ਪਰਈ। ਓਨੀ ਵੱਧ ਤਪਸ਼ ਉਹਨਾਂ ਨੂੰ ਪੈਂਦੀ, ਓਨਾ ਹੀ ਵੱਧ ਸਾੜਾ ਉਹਨਾਂ ਭੂਤਾਂ ਪ੍ਰੇਤਾਂ ਨੂੰ ਪੈਂਦਾ ਹੈ। ਕੇਤਕ ਹਾਥ ਜੋੜ ਕੈ ਬਿਨੈ, ਕਈ ਤਾਂ ਹੱਥ ਜੋੜ ਕੇ ਦੂਰੋਂ ਖਲੋਤਿਓਂ ਬੇਨਤੀਆਂ ਕਰਦੇ ਗੁਰੂ ਅਮਰਦਾਸ ਸਾਹਿਬ ਜੀ ਨੂੰ। ਤਜੋ
ਮੈਨੇ ਨਾਹਕ ਹਨੇ। ਕਹਿਣ ਲੱਗੇ ਮਹਾਰਾਜ ਸਾਨੂੰ ਤਜ ਦਿਓ, ਛੱਡ ਦਿਓ, ਅਸੀਂ ਵੀ ਤੁਹਾਡੀ ਪ੍ਰਕਿਰਤੀ ਦੇ ਹੀ ਜੀਵ ਹਾਂ। ਤੁਸੀਂ ਸਾਨੂੰ ਪੈਦਾ ਕਰਨ ਵਾਲਿਓ, ਸਿਰਜਣਹਾਰੋ ਸਾਰੇ ਸੰਸਾਰ ਦੇ, ਸਾਨੂੰ ਨਾ ਮਾਰੋ ਮਹਾਰਾਜ। ਏਦਾਂ ਦੂਰੋਂ ਹੀ ਬੇਨਤੀਆਂ ਕਰਦੇ, ਹੱਥ ਜੋੜ ਜੋੜ ਕੇ, ਨੇੜੇ ਨਹੀਂ ਆ ਸਕਦੇ। ਇਤਕ ਕਾਲ ਕੋ ਉਤਰਿਓ ਡੇਰਾ। ਕਹਿੰਦੇ ਸਾਡਾ ਇੱਥੇ ਲੰਮੇ ਸਮੇਂ ਤੋਂ ਡੇਰਾ ਹੈ, ਲੰਮੇ ਸਮੇਂ ਤੋਂ ਅਸੀਂ ਇੱਥੇ ਉਤਰੇ ਹੋਏ ਹਾਂ। ਹੁਣ ਜਾਣ ਤੇ ਕੁਝ ਤਾਂ ਸਮਾਂ ਲੱਗੇਗਾ ਨਾ ਮਹਾਰਾਜ, ਸਾਨੂੰ ਜਾਣ ਵਾਸਤੇ ਕੁਝ ਸਮਾਂ ਹੀ ਦੇ ਦਿਓ। ਹਮੇ ਸੰਭਾਰਨ ਦਿਓ ਇਸ ਬੇਰਾ। ਸਾਨੂੰ ਆਪਣਾ ਆਪ ਸੰਭਾਲ ਤਾਂ ਲੈਣ ਦਿਓ। ਸਾਡਾ ਟੱਬਰ ਪਰਿਵਾਰ ਇੱਥੇ ਵਸਦਾ ਮਹਾਰਾਜ, ਉਹਨਾਂ ਨੂੰ ਸੰਭਾਲ ਕੇ ਅਸੀਂ ਇੱਥੋਂ ਚਲੇ ਜਾਵਾਂਗੇ। ਛਰੀ ਨ ਚੰਚਲ ਕਰੋ ਅਗਾਰੀ। ਤੁਸੀਂ ਛਰੀ ਹਿਲਾਵੋ ਨਾ, ਜਿਹੜੀ ਫੜੀ ਆ ਫੜ ਕੇ ਰੱਖੋ। ਜਦੋਂ ਫੇਰਦੇ ਹੋ ਉਦੋਂ ਅਸੀਂ ਸੜਦੇ ਹਾਂ, ਭੁੱਜਦੇ ਹਾਂ। ਸਾਡੇ ਕੋਲੋਂ ਆਪਣਾ ਸੰਭਾਲਣਾ ਔਖਾ ਹੈ। ਚਲੇ ਜਾਏ ਅਮ ਤੂਰਨ ਧਾਰੀ। ਬਖਸ਼ ਲੋ ਬਖਸ਼ੰਦ ਸਾਹਿਬ, ਬਖਸ਼ ਲੋ ਸਾਨੂੰ, ਅਸੀਂ ਚਲੇ ਜਾਵਾਂਗੇ, ਨਹੀਂ ਠਹਿਰਦੇ ਇੱਥੇ। ਤੁਸੀਂ ਆ ਗਏ ਹੋ, ਅਸੀਂ ਨਹੀਂ ਹੁਣ ਇੱਥੇ ਠਹਿਰਦੇ ਮਹਾਰਾਜ, ਪਰ ਜਾਣ ਵਾਸਤੇ ਸਾਨੂੰ ਕੁਝ ਸਮਾਂ ਤਾਂ ਚਾਹੀਦਾ। ਲੰਮੇ ਸਮੇਂ ਤੋਂ ਰਹਿੰਦੇ ਆ ਇੱਥੇ, ਇੱਥੇ ਸਾਡਾ ਰਾਗ ਸਾਜ ਹੈ, ਪਰਿਵਾਰ ਹੈ, ਇਹਨਾਂ ਨੂੰ ਸੰਭਾਲਣ ਤੇ ਸਮਾਂ ਲੱਗਣਾ ਹੈ। ਇਸ ਪ੍ਰਕਾਰ ਮਾਚਿਓ ਜਬ ਰੋਰਾ। ਪਾਤਸ਼ਾਹ ਛੜੀ ਦਾ ਇਸ਼ਾਰਾ ਕਰਕੇ ਕਹਿੰਦੇ ਨਿਕਲੋ ਇੱਥੋਂ ਛੇਤੀ, ਗੁਰੂ ਅੰਗਦ ਸਾਹਿਬ ਦਾ ਹੁਕਮ ਹੈ। ਇਉਂ ਕਹਿੰਦੇ ਉੱਥੇ ਗੋਇੰਦਵਾਲ ਸਾਹਿਬ ਵਿਖੇ ਇਹਨਾਂ ਸਮੂਹ ਭੂਤਾਂ ਪ੍ਰੇਤਾਂ ਵਿੱਚ ਭਿਆਨਕ ਰੌਲਾ ਮਚਿਆ ਹੋਇਆ ਹੈ। ਸਗਰੇ ਗਏ ਛੋਰ ਤਬ ਠੌਰਾ। ਸਾਰੇ ਆਪਣੀ ਆਪਣੀ ਜਗ੍ਹਾ ਛੱਡ ਕੇ ਉੱਥੋਂ ਚਲੇ ਗਏ। ਹੁਤੀ ਦੇਵਣੀ ਇੱਕ ਤਿੰਨ ਮਾਈ। ਇਹਨਾਂ ਪ੍ਰੇਤਾਂ ਵਿੱਚ ਇੱਕ ਦਿਉਣੀ ਸੀ, ਦੇਵਣੀ। ਦਿਓ ਦੈਂਤ ਹੁੰਦਾ ਹੈ, ਉਹਦੀ ਘਰ ਵਾਲੀ ਸੀ ਦੇਵੜੀ। ਏਤਕ ਕਾਲ ਗਰਭ ਧਰ ਤਾਈ। ਉਹਨੇ ਗਰਭ ਧਾਰਨ ਕੀਤਾ ਹੋਇਆ ਸੀ, ਕਿਉਂਕਿ ਇਹਨਾਂ ਵਿੱਚ ਵੀ ਪ੍ਰਜਨਨ ਪ੍ਰਕਿਰਿਆ ਹੁੰਦੀ ਹੈ। ਇਹ ਵੀ ਜਿਹੜੇ ਨੇ, ਇਹ ਵੀ ਭੂਤ ਪ੍ਰੇਤਾਂ ਦੇ ਵਿੱਚ ਵੀ ਜਨਮ ਹੁੰਦਾ, ਟੱਬਰ ਹੁੰਦਾ ਇਹਨਾਂ ਦਾ। ਕਹਿੰਦੇ ਉਹ ਉਸ ਵੇਲੇ ਗਰਭ ਧਾਰਨ ਉਹਨੇ ਕੀਤਾ ਹੋਇਆ ਸੀ। ਉਤੋਂ ਸਮੀਪ ਪ੍ਰਸੂਤ ਸਮੇਤੇ। ਉਹਦੇ ਪ੍ਰਸੂਤਾ ਹੋਣ ਦਾ ਸਮਾਂ ਬਿਲਕੁਲ ਨੇੜੇ ਸੀ। ਪਰਿਓ ਸ਼ੋਰ ਓਚਕਈ ਦ੍ਰਿਗ ਲੈ। ਜਦੋਂ ਇੱਕਦਮ ਸ਼ੌਰ ਮਚਿਆ, ਰੌਲਾ ਮਚਿਆ, ਭਏ ਤਰਾਸ ਉਰ ਭਾਜ ਪਧਾਰੀ। ਉਹ ਵੀ ਡਰ ਕੇ ਭੱਜੀ ਉੱਥੋਂ, ਉਹ ਵੀ ਭਿਆਨਕ ਤਰਾਸ ਦੇ ਨਾਲ ਭੱਜੀ। ਨੈ ਟਿਗ ਦੇਖਿਓ ਪਤ ਰਖਵਾਰੀ। ਉਹਨੇ ਆਪਣਾ ਪਤੀ ਆਪਣੇ ਨੇੜੇ ਨਹੀਂ ਵੇਖਿਆ ਜਿਹੜਾ ਉਹਦੀ ਰੱਖਿਆ ਕਰਦਾ। ਬੇਬਲ ਦੂਰਤ ਤਰਾਸਤ ਹੋਈ। ਬੇਬਲ ਹੋ ਕੇ ਦੌੜੀ ਜਾਂਦੀ ਆ, ਤਰਸਤ ਹੋਈ, ਡਰੀ ਹੋਈ। ਤੇਰਿਓ ਗਰਭ ਤਬ ਸਿਸ ਪੇ ਦੋਈ। ਕਹਿੰਦੇ ਰਸਤੇ ਵਿੱਚ ਜਦੋਂ ਦੌੜੀ ਜਾਂਦੀ ਸੀ ਇੱਕ ਖੇਤ ਵਿੱਚ, ਉੱਥੇ ਕਹਿੰਦੇ ਉਸ ਵੇਲੇ ਉਹਨੇ ਪ੍ਰਸੂਤਾ ਹੋਈ, 2 ਬਾਲਕ ਉਹਦੇ ਜਨਮੇ। ਹੁਤੋ ਜਵਾਰ ਕੋ ਤਹਾਂ ਕਿਦਾਰਾ। ਜਵਾਰ ਦਾ ਖੇਤ ਸੀ ਕਹਿੰਦੇ ਉੱਥੇ, ਉਸ ਵੇਲੇ ਜਵਾਰ ਕੱਟੀ ਹੋਈ ਸੀ। ਉਪਰ ਕਟੀ ਹੋਈ ਤਿਸ ਬਾਰਾ। ਕਹਿੰਦੇ ਉਹ ਕੱਟੀ ਹੋਈ ਸੀ, ਟਾਂਡੇ ਦਾ ਮੁੱਢ ਉੱਪਰਲੇ ਪਾਸੇ ਸੀ। ਇੱਕ ਕੇ ਦ੍ਰਿਗ ਸੋ ਲੱਗਿਓ ਫਿਰੰਡਾ। ਇੱਕ ਦੇ ਅੱਖ ਦੇ ਵਿੱਚ ਉਹ ਫਰੰਡਾ ਜਿਹੜਾ ਉੱਪਰਲਾ ਸਿਰਾ ਹੁੰਦਾ ਜਵਾਰ ਦਾ ਕੱਟਿਆ ਹੋਇਆ, ਉਹ ਇੱਕ ਦੇ ਅੱਖ ਦੇ ਵਿੱਚ ਬੱਚੇ ਦੇ ਵੱਜਾ, ਕਾਣਾ ਹੋ ਗਿਆ। ਚੁਬਿਓ ਬੀਚ ਸੋ ਕੀ ਨਸ ਖੰਡਾ। ਜਦੋਂ ਚੁੱਭਿਆ ਉਹਦੀ ਅੱਖ ਨਿਕਲ ਗਈ। ਕਾਣਾ ਦੇਵ ਬਿਦਤ ਜਗ ਆਹੇ। ਕਹਿੰਦੇ ਉਹਨੂੰ ਕਾਣਾ ਦਿਓ ਕਹਿੰਦੇ ਆ, ਸੰਸਾਰ ਵਿੱਚ ਉਹਦਾ ਨਾਮ ਪ੍ਰਗਟ ਹੈ। ਦੁਰਗ ਬਠਿੰਡੇ ਵਿੱਚ ਜੋ ਰਹੇ। ਉਹੀ ਕਾਣਾ ਦਿਓ ਆ ਜਿਹੜਾ ਬਠਿੰਡੇ ਦੇ ਕਿਲੇ 'ਚ ਗੁਰੂ ਹਰ ਕਲਗੀਧਰ ਪਾਤਸ਼ਾਹ ਨੇ ਕੱਢਿਆ ਸੀ। ਉਹਦਾ ਜਨਮ ਉੱਥੇ ਹੋਇਆ ਸੀ, ਗੋਇੰਦਵਾਲ ਸਾਹਿਬ। ਆਖੋ ਦੀ ਜਨਮ ਸਮੇਂ ਹੀ ਕਹਿੰਦੇ ਕੱਢੀ ਗਈ। ਇੱਥੇ ਬਠਿੰਡੇ ਕਿਲੇ ਵਿੱਚ ਆ ਕੇ ਉਹਨੇ ਆਪਣਾ ਘਰ ਬਣਾਇਆ ਸੀ। ਸ਼੍ਰੀ ਕਲਗੀਧਰ ਜਾਏ ਨਿਕਾਸਿਓ। ਜਦੋਂ ਕਲਗੀਧਰ ਸਵਾਮੀ ਜੀ ਆਏ ਸਨ ਇੱਥੇ, ਮਹਾਰਾਜ ਜੀ ਨੇ ਇੱਕ ਝੋਟਾ ਝਟਕਿਆ ਸੀ ਬਲਾਗਰ ਸਿੰਘ ਦੇ ਨਾਲ। ਉਹ ਕਥਾ ਅੱਗੇ 10ਵੇਂ ਪਾਤਸ਼ਾਹ ਦੇ ਇਤਿਹਾਸ ਵਿੱਚ ਆਉਂਦੀ ਹੈ। ਤੇ ਜਦੋਂ ਝਟਕਿਆ, ਉੱਥੋਂ ਦਿਓ ਜਿਹੜਾ ਸੀ ਕਾਣਾ, ਉਹ ਮਹਾਰਾਜ ਜੀ ਨੇ ਕੱਢਿਆ। ਉਹਨੇ ਹੱਥ ਜੋੜੇ, ਕਹਿੰਦਾ ਮਹਾਰਾਜ ਪਹਿਲਾਂ ਵੱਡਿਆਂ ਸਤਿਗੁਰਾਂ ਨੇ ਸਾਨੂੰ ਉੱਥੋਂ ਕੱਢਿਆ, ਉਦੋਂ ਦੀ ਅੱਖ ਕਾਣੀ ਹੈ। ਇੱਥੇ ਰਹਿੰਦੇ, ਇੱਥੋਂ ਵੀ ਹੁਣ ਕੱਢਣ ਲੱਗੇ, ਹੁਣ ਅਸੀਂ ਕਿੱਥੇ ਜਾਈਏ, ਅਸੀਂ ਵੀ ਤਾਂ ਰਹਿਣਾ ਸੰਸਾਰ 'ਚ। ਮਹਾਰਾਜ ਜੀ ਕਹਿੰਦੇ ਸਰਹੰਦ ਦੀ ਧਰਤੀ ਤੇ ਬੜਾ ਜ਼ੁਲਮ ਹੋਇਆ, ਉੱਥੇ ਸਾਡੇ ਬੱਚੇ ਸ਼ਹੀਦ ਕੀਤੇ ਗਏ ਆ, ਉੱਥੇ ਜਾ ਕੇ ਬਸ ਤੇ ਸਾਰਾ ਨਗਰ ਉਜਾੜ ਕੇ ਰੱਖ ਦੇ। ਕਹਿੰਦੇ ਉਹ ਦਿਓ। ਫਿਰ ਉੱਥੋਂ ਚੱਲ ਕੇ ਮਹਾਰਾਜ ਜੀ ਦੇ ਹੁਕਮ ਨਾਲ ਸਰਹੰਦ ਸ਼ਹਿਰ 'ਚ ਆ ਕੇ ਵਸਿਆ।
ਉਹਦਾ ਨਾਂ ਕਾਣਾ ਦਿਓ ਹੈ। ਜਿਸ ਤੇ ਸਭ ਮੈਂ ਨਾਮ ਪ੍ਰਕਾਸ਼ਿਓ, ਉਹਦਾ ਨਾਮ ਕਲਗੀਧਰ ਪਾਤਸ਼ਾਹ ਨੇ ਪ੍ਰਗਟ ਕੀਤਾ ਸੀ। ਗਿਰਿਓ ਦੂਸਰੋ ਭੁਜ ਕੇ ਭਾਰ, ਜਿਹੜਾ ਦੂਜਾ ਉਹਦੇ ਨਾਲ ਉਹਦਾ ਭਰਾ ਜੰਮਿਆ ਸੀ ਉਹ ਬਾਹ ਦੇ ਭਰਨੇ ਡਿੱਗਾ, ਸੋ ਟੂਟੀ ਪਰ ਖੇਤ ਮਝਾਰ, ਉਹਦੀ ਬਾਹ ਟੁੱਟ ਗਈ ਉਸ ਖੇਤ ਵਿੱਚ। ਉਹਨੂੰ ਟੁੰਡਾ ਦਿਓ ਕਹਿਣ ਲੱਗ ਪਏ। ਦੋਨੋਂ ਕੋ ਤਿੰਨ ਲਿਓ ਉਚਾਏ, ਏਦਾਂ ਉਹਦੀ ਮਾਂ ਜਿਹੜੀ ਸੀ ਉਹਨੇ ਦੋਨੇ ਬੱਚੇ ਆਪਣੇ ਚੁੱਕ ਲਏ, ਵਸਤਰ ਲਪੇਟਿਓ ਰੱਖੇ ਬਚਾਏ, ਲਪੇਟ ਕੇ ਲੈ ਗਈ, ਉਹਨਾਂ ਨੂੰ ਬਚਾ ਲਿਆ। ਏਤਕ ਸੰਮਤ ਮੈਂ ਜਵਾਨ, ਕੁਝ ਸਾਲਾਂ ਦੇ ਵਿੱਚ ਉਹ ਜਵਾਨ ਹੋ ਗਏ। ਬਸੇ ਸੋ ਦੋਨੋਂ ਕਰ ਨਿਜ ਥਾਨ, ਦੋਹਾਂ ਨੇ ਆਪੋ ਆਪਣਾ ਟਿਕਾਣਾ ਬਣਾ ਲਿਆ, ਵਸੈਬਾ ਕਰ ਲਿਆ। ਇੱਕ ਮਸੂਰਪੁਰ ਬਾਸਾ ਪਾਇਓ, ਜਿਹੜਾ ਟੁੰਡਾ ਦਿਓ ਸੀ ਉਹਨੇ ਆਪਣਾ ਟਿਕਾਣਾ ਕੀਤਾ ਮਸੂਰਪੁਰ। ਆ ਛੀਟਾਂ ਵਾਲਾ ਆਪਣੇ ਨੇੜੇ ਗੁਰੂ ਨਾਨਕ ਸਾਹਿਬ ਦਾ ਸਥਾਨ ਹੈ, ਉੱਥੇ ਨੇੜੇ ਮਸੂਰਪੁਰ ਨਗਰ ਵਿੱਚ ਇੱਕ ਨੇ ਆਪਣਾ ਨਿਵਾਸ ਕੀਤਾ। बीच बठिंडे द्वितीय बसायो, ਜਿਹੜਾ ਦੂਜਾ ਕਾਣਾ ਦਿਓ ਸੀ ਉਹ ਬਠਿੰਡੇ ਕਿਲੇ ਵਿੱਚ ਜਾ ਵਸਿਆ। इस प्रकार देवन गत होई, ਇਹ ਹਾਲਤ ਹੋਈ ਨਾ ਭੂਤਾਂ ਪ੍ਰੇਤਾਂ ਦੀ ਜਿਹੜੇ ਉੱਥੇ ਵਸਦੇ ਸਨ। भूत प्रेत तैरे हो न कोई, ਕਹਿੰਦੇ ਕੋਈ ਭੂਤ ਪ੍ਰੇਤ ਉੱਥੇ ਨਹੀਂ ਰਿਹਾ। ਖਾਲਸਾ ਜੀ ਜਦੋਂ ਨਗਰ ਵਸ ਗਿਆ ਨਾ, ਕੁਝ ਬੱਚੇ ਪੇ ਖੇਡਣ ਉੱਥੇ, ਕੁਝ ਲੋਕਾਂ ਨੇ ਪਹਿਲਾਂ ਵੇਖਿਆ ਨਹੀਂ ਸੀ, ਉਹ ਕਈ ਸਾਲਾਂ ਬਾਅਦ ਉੱਥੋਂ ਪਰਤੇ, ਵੇਖ ਕੇ ਕਹਿੰਦੇ ਇੱਥੇ ਤਾਂ ਨਗਰ ਵਸਦਾ ਹੈ, ਭੂਤ ਪ੍ਰੇਤ ਨੇ, ਚੁੱਪ ਕਰਕੇ ਲੰਘੋ। ਉਹ ਜਿਹੜੇ ਬੱਚੇ ਖੇਡਦੇ ਸੀ ਨਾ, ਉਹਦਾ ਉੱਚੀ ਆਵਾਜ਼ ਵਿੱਚ ਆਖਿਆ, ਨਹੀਂ ਹੁਣ ਇੱਥੇ ਭੂਤ ਪ੍ਰੇਤ ਨਹੀਂ ਵਸਦੇ, ਦੇਵਤੇ ਵਸਦੇ ਨੇ। ਇਹ ਨਗਰੀ ਧੰਨ ਗੁਰੂ ਅਮਰਦਾਸ ਸਾਹਿਬ ਤੀਸਰੇ ਪਾਤਸ਼ਾਹ ਦੀ ਨਗਰੀ ਹੈ। सत श्री अकाल। ਇੱਥੋਂ ਚਲੇ ਗਏ। ਕਹਿੰਦੇ ਉਸ ਦਿਨ ਤੋਂ ਬਾਅਦ ਉਸ ਨਗਰ ਵਿੱਚ ਕੋਈ ਭੂਤ ਪ੍ਰੇਤ ਨਹੀਂ ਰਿਹਾ। हरे पए श्री अमर स्थान, ਧੰਨ ਸ਼੍ਰੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਉਸ ਜਗ੍ਹਾ ਤੇ ਖੜੇ ਹਨ। कीन बिलोकन चारो महान, ਵੇਖਿਆ ਸੋਹਣਾ ਸਥਾਨ ਹੈ, ਬਿਆਸ ਦਰਿਆ ਦਾ ਕੰਢਾ ਹੈ, निकट बिपासा बहे प्रवाहु, ਬੜੀ ਰਮਣੀਕ ਜਗ੍ਹਾ ਹੈ, ਨਾਲ ਹੀ ਬਿਲਕੁਲ ਬਿਆਸ ਦਰਿਆ ਵਗਦਾ ਹੈ। जुक्त तरंग बिमल जल माओ, ਬੜਾ ਸੁੰਦਰ ਬਿਆਸ ਦਰਿਆ ਦਾ ਨਿਰਮਲ ਜਲ, ਸਾਫ਼ ਜਲ ਜਿਹਦੇ ਚ ਸੋਹਣੀਆਂ ਤਰੰਗਾਂ ਉੱਠਦੀਆਂ ਨੇ। चक्रवाक ते आद बिहंगा, ਚੱਕਵੇ ਚੱਕਵੀਆਂ ਫਿਰਦੇ ਨੇ ਉੱਥੇ, ਬਿਹੰਗਾ ਬਹੁਤ ਸਾਰੇ ਪੰਛੀ ਦਰਿਆਵਾਂ ਦੇ ਕੰਢੇ ਤੇ, ਬਿਆਸ ਦਰਿਆ ਦੇ ਕੰਢੇ ਤੇ ਦਿਸਦੇ ਨੇ। ਕਈ ਤਰ੍ਹਾਂ ਦੇ ਪੰਛੀ ਉੱਥੇ ਚੋਂ ਚਹਾਉਂਦੇ ਨੇ। बहु शब्द आए मान जिम गंगा, ਕਹਿੰਦੇ ਇਉਂ ਸ਼ਬਦ ਆਉਂਦਾ ਆਵਾਜ਼ ਦਾ, ਉਹ ਬਿਆਸ ਦਰਿਆ ਦਾ, ਕਹਿੰਦੇ ਜਿਵੇਂ ਗੰਗਾ ਦਾ ਨਿਰਮਲ ਪ੍ਰਵਾਹ ਚੱਲਦਾ ਹੋਵੇ। सुंदर पुलन स्थान जिसी के, ਨਦੀ ਦਾ ਕਿਨਾਰਾ ਬੜਾ ਹੀ ਸੁੰਦਰ ਹੈ ਬਿਆਸ ਦਰਿਆ ਦਾ। सिकता मृद जुग तीर तिसी के, ਦਰਿਆ ਦੇ ਕੰਢੇ ਕੰਢੇ ਰੇਤਾ ਹੈ, ਰੇਤਾ ਬੜੀ ਸੁੰਦਰ ਬਰੀਕ ਰੇਤਾ ਖਿਲਰੀ ਹੋਈ ਦਿਸਦੀ ਹੈ। लपुर आद गमन तै राहु, ਫਿਰ ਇੱਥੇ ਪੱਤਣ ਪੈਂਦਾ ਸੀ ਦਰਿਆ ਦਾ। ਇੱਥੋਂ ਲਾਹੌਰ ਨੂੰ ਜਾਂ ਦਿੱਲੀ ਨੂੰ ਜਾਣ ਵੇਲੇ ਜਿਹੜਾ ਰਸਤਾ ਸੀ ਨਾ, ਪੁਰਾਣਾ ਰਾਹ, ਉਹ ਇੱਥੋਂ ਗੋਇੰਦਵਾਲ ਸਾਹਿਬ ਤੋਂ ਇਧਰੋਂ ਤਰਨਤਾਰਨ ਸਾਹਿਬ ਨੂੰ ਜਾਇਆ ਕਰਦਾ ਸੀ। ਜਿਹੜਾ ਨੂਰ ਦੀ ਸਰਾਂ ਵਾਲਾ ਰਸਤਾ ਹੈ, ਉਸ ਪਾਸੇ ਨੂੰ ਨਿਕਲ ਕੇ ਲਾਹੌਰ ਨੂੰ ਉਸ ਪਾਸਿਓਂ ਜਾਂਦਾ ਸੀ। ਤੋ ਇੱਥੇ ਪੱਤਣ ਪੈਂਦਾ ਸੀ ਦਰਿਆ ਦਾ, ਇੱਥੋਂ ਲੰਘਿਆ ਕਰਦੇ ਸਨ ਸਫ਼ਰ ਕਰਨ ਵਾਲੇ ਮੁਸਾਫਰ। इत दिल्ली पहुंचत से जाहु, ਤੇ ਜਿਹੜੇ ਦਿੱਲੀ ਜਾਂਦੇ ਸਨ ਉਹ ਵੀ ਇਧਰੋਂ ਹੀ ਲੰਘਦੇ ਸੀ, ਇੱਥੋਂ ਹੀ ਗੋਇੰਦਵਾਲ ਸਾਹਿਬ ਤੋਂ ਹੀ। ਜਿਨ੍ਹਾਂ ਨੇ ਲਾਹੌਰ, ਹੁਣ ਦੋ ਹੀ ਵੱਡੇ ਸ਼ਹਿਰ ਸੀ, ਦਿੱਲੀ ਵੀ ਤੇ ਲਾਹੌਰ ਵੀ, ਮੇਨ ਲਾਂਘਾ ਸੀ, ਇੱਥੋਂ ਪੱਤਣ ਪੈਂਦਾ ਸੀ ਗੋਇੰਦਵਾਲ ਸਾਹਿਬ ਦੇ ਨਾਲ ਹੀ। काटे उरार पार उतरै बे, ਤੇ ਪਾਸੇ ਤੇ ਪਾਰਲੇ ਪਾਸੇ ਬਹੁਤ ਸਾਰੇ ਲੋਕ ਉਤਰਦੇ ਰਹਿੰਦੇ ਸਨ। आवत जात लोक ठहर बे, ਆਉਂਦੇ ਜਾਂਦੇ ਲੋਕ ਇੱਥੇ ਠਹਿਰਦੇ ਵੀ ਸੀ, ਰੁਕਦੇ ਵੀ ਸਨ। तीर बिपासा सुंदर थानो, ਬਿਆਸ ਦਰਿਆ ਦਾ ਬੜਾ ਸੁੰਦਰ ਕਿਨਾਰਾ ਹੈ। ऊंचो शोभत देख महानो, ਤੇ ਗੋਇੰਦਵਾਲ ਸਾਹਿਬ ਨਗਰ ਦਰਿਆ ਤੋਂ ਕਾਫੀ ਉੱਚਾ ਸ਼ੋਭਦਾ ਹੈ, ਸੋਹਣੀ ਜਗ੍ਹਾ ਹੈ, ਉੱਚਾ ਥਾਂ ਹੈ। जिम श्री अंगद आगे अधीनस, ਜਿਵੇਂ ਦੂਸਰੇ ਪਾਤਸ਼ਾਹ
ਧੰਨ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਜੀ ਨੇ ਆਗਿਆ ਦਿੱਤੀ ਸੀ, ਸਤਨਾਮ ਕਹਿ ਜਲ ਕਰ ਲੀਨਸ। ਸੱਚਾ ਨਾਮ ਜਪ ਕੇ ਮਹਾਰਾਜ ਜੀ ਨੇ ਜਲ ਹੱਥ ਵਿੱਚ ਲਿਆ, ਛਿਰਕਨ ਕਰਿਓ ਸਥਾਨ ਚੁਫੇਰੇ। ਨਾਲੇ ਸਤਨਾਮ ਵਾਹਿਗੁਰੂ ਦਾ ਜਾਪ ਜਪੀ ਜਾਂਦੇ ਗੁਰੂ ਅਮਰਦਾਸ ਜੀ, ਨਾਲੇ ਜਲ ਦਾ ਛਿੱਟਾ ਮਾਰਦੇ ਸਾਰੀ ਜਗ੍ਹਾ ਤੇ ਕਿ ਪਾਵਨ ਹੋ ਜਾਏ। ਫੇਰ ਨਾ ਆਵੇਂ ਪ੍ਰੇਤਨ ਡੇਰੇ, ਮੁੜ ਕੇ ਨਾ ਭੂਤਾਂ ਪ੍ਰੇਤਾਂ ਦਾ ਇੱਥੇ ਡੇਰਾ ਨਾ ਪਵੇ। ਛਰੀ ਤਰੀ ਕਰ ਸ਼੍ਰੀ ਗੁਰ ਕਰ ਕੀ। ਮਹਾਰਾਜ ਗੁਰੂ ਅੰਗਦ ਸਾਹਿਬ ਜੀ ਦੀ ਬਖਸ਼ੀ ਛੜੀ ਉਹ ਗੁਰੂ ਅਮਰਦਾਸ ਸਾਹਿਬ ਜੀ ਨੇ ਆਪਣੇ ਸੁੰਦਰ ਦਸਤ ਕਮਲਾਂ 'ਚ ਪਕੜੀ ਹੋਈ ਹੈ। ਕਰੀ ਲਕੀਰ ਜਿਤੀ ਧਰਪੁਰ ਕੀ। ਔਰ ਮਹਾਰਾਜ ਜੀ ਨੇ ਉਹਦੇ ਨਾਲ ਲਕੀਰ ਖਿੱਚੀ ਨਗਰ ਦਾ, ਕੋਟ ਰਚਣਾ ਸੀ, ਕਿਲਾ ਸੋਹਣਾ ਨਗਰ ਵਸਾਉਣਾ ਤੇ ਕਿੱਥੇ ਕਿੱਥੇ ਤੱਕ ਵਸਾਉਣਾ ਨਗਰ, ਉਹਦੇ ਨਾਲ ਹੀ ਛੜੀ ਨਾਲ ਮਹਾਰਾਜ ਜੀ ਨੇ ਚਾਰੇ ਪਾਸੇ ਲਕੀਰ ਖਿੱਚੀ। ਬਹੁਰ ਮੰਗਾਇਓ ਬਹੁ ਮਿਸ਼ਟਾਨਾ। ਫਿਰ ਮਹਾਰਾਜ ਜੀ ਨੇ ਮਿਸ਼ਟਾਨ ਤੇ ਮਠਿਆਈ ਮੰਗਵਾਈ। ਹਰਖਿਓ ਗੋਂਦਾ ਧਨੀ ਮਹਾਨਾ। ਗੋਂਦਾ ਖੱਤਰੀ ਬੜਾ ਧਨਵਾਨ ਸੀ, ਬੜਾ ਖੁਸ਼ ਹੈ ਕਿ ਨਗਰ ਵਸ ਜਾਏਗਾ। ਹਰੇ ਹੋਏ ਸ਼੍ਰੀ ਅਮਰ ਸੁਜਾਨੀ। ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਨੇ ਖਲੋਤੇ ਤੇ ਜਾਣ ਗਏ। ਹੱਥ ਜੋੜ ਅਰਦਾਸ ਬਖਾਨੀ। ਕਹਿੰਦੇ ਹੱਥ ਜੋੜ ਕੇ ਅਰਦਾਸ ਕੀਤੀ। ਸ਼੍ਰੀ ਨਾਨਕ ਸ਼੍ਰੀ ਅੰਗਦ ਨਾਮੋ। ਗੁਰੂ ਅਮਰਦਾਸ ਸਾਹਿਬ ਨੇ ਅਰਦਾਸ ਕੀਤੀ, ਧੰਨ ਗੁਰੂ ਨਾਨਕ ਦੇਵ ਸਾਹਿਬ, ਧੰਨ ਗੁਰੂ ਅੰਗਦ ਦੇਵ ਸਾਹਿਬ। ਇਹ ਮਰਿਆਦਾ ਰਹੀ ਹੈ। ਜਦੋਂ ਗੁਰੂ ਰਾਮਦਾਸ ਜੀ ਗੁਰਗੱਦੀ ਤੇ ਬੈਠੇ ਫਿਰ ਤੀਸਰੇ ਪਾਤਸ਼ਾਹ ਦਾ ਨਾਮ ਲੈਣਾ, ਤੇ ਜਦੋਂ ਚੌਥੇ ਪਾਤਸ਼ਾਹ ਬੈਠੇ ਫਿਰ ਪੰਜਵੇਂ ਪਾਤਸ਼ਾਹ ਨੇ ਵੱਡਿਆਂ ਚਾਰਾਂ ਪਾਤਸ਼ਾਹੀਆਂ ਦਾ ਨਾਮ ਲੈਣਾ। ਜਦੋਂ ਦਸਵੇਂ ਪਾਤਸ਼ਾਹ ਗੱਦੀ ਤੇ ਬੈਠੇ ਤੇ ਉਹਨਾਂ ਨੇ ਪਹਿਲਾਂ 9 ਪਾਤਸ਼ਾਹੀਆਂ ਦਾ ਨਾਮ ਲਿਆ। 9 ਪਾਤਸ਼ਾਹੀਆਂ ਦਾ ਤੇਗ ਬਹਾਦਰ ਸਿਮਰਿਆ, ਘਰ ਨੌ ਨਿਧਿ ਆਵੈ ਧਾਏ ਸਭ ਥਾਈ ਹੋਏ ਸਾ। ਇੱਥੇ ਤੱਕ ਹੀ ਕਿਹਾ ਕਲਗੀਧਰ ਨੇ, ਆਪਣਾ ਨਾਂ ਨਹੀਂ ਨਾਲ ਵਿੱਚ ਲਿਖਿਆ। ਖਾਲਸਾ ਪੰਥ ਜਦੋਂ ਮਹਾਰਾਜ ਜੀ ਦੀ ਦਇਆ ਪਾਤਰ ਪੜ ਕੇ ਗੁਰੂ ਰੂਪੀ ਹੋ ਗਿਆ, ਫਿਰ ਪੰਥ ਨੇ ਬਾਅਦ ਵਿੱਚ ਨਾਮ ਜੋੜਿਆ ਦਸਵੇਂ ਪਾਤਸ਼ਾਹ ਦਾ ਔਰ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦਾ। ਇਹ ਮਰਿਆਦਾ ਸੀ। ਧੰਨ ਗੁਰੂ ਨਾਨਕ ਸਾਹਿਬ ਦਾ ਨਾਮ ਲਿਆ ਗੁਰੂ ਅਮਰਦਾਸ ਜੀ ਨੇ, ਅਰਦਾਸ ਕਰ ਰਹੇ ਨੇ। ਫਿਰ ਗੁਰੂ ਅੰਗਦ ਸਾਹਿਬ ਜੀ ਦਾ ਨਾਮ ਲੈ ਕੇ ਅਰਦਾਸ ਕੀਤੀ। ਸਿਮਰ ਸਿਮਰ ਆਨਨ ਅਬਿਰਾਮੋ। ਮਹਾਰਾਜ ਜੀ ਦਾ ਸਿਮਰਨ ਕੀਤਾ, ਸਾਹਿਬ ਦਾ ਸਿਮਰਨ ਕਰਕੇ ਅਰਪਨ ਕਰਿਓ ਸਕਲ ਮਿਸ਼ਟਾਨੋ। ਜੋ ਮਿਸ਼ਟਾਨ ਵਗੈਰਾ ਉੱਥੇ ਸੀ ਉਹ ਹਾਜ਼ਰ ਕੀਤਾ ਮਹਾਰਾਜ ਜੀ ਦੇ ਚਰਨਾਂ 'ਚ ਅਰਦਾਸ ਕਰਕੇ। ਪੁਨੋ ਸਬਨ ਕੋ ਬਾਟਨ ਠਾਨੋ। ਫਿਰ ਉਹ ਜਿਹੜਾ ਮਿਸ਼ਟਾਨ ਹੈ ਉਹ ਸਾਰਿਆਂ ਵਿੱਚ ਵੰਡਿਆ ਹੈ। ਪੂਰਬ ਦਿਸ਼ਾ ਧਰਾ ਪਟਵਾਈ। ਪਹਿਲਾਂ ਚੜ੍ਹਦੇ ਵਾਲੇ ਪਾਸੇ, ਜਿੱਧਰ ਗੋਇੰਦਵਾਲ ਸਾਹਿਬ ਚੜ੍ਹਦੇ ਵਾਲਾ ਪਾਸਾ ਹੈ, ਉਧਰੋਂ ਮਹਾਰਾਜ ਜੀ ਨੇ ਖੁਦਵਾਈ ਕਰਵਾਈ। ਇੱਕ ਸਾਰ ਸੁੰਦਰ ਬਨਵਾਈ। ਔਰ ਇੱਕ ਸਾਰ ਸੁੰਦਰ ਥੜਾ ਬਣਵਾਇਆ। ਸ਼੍ਰੀ ਨਾਨਕ ਕੇ ਚਰਨ ਮਨਾਏ। ਧੰਨ ਗੁਰੂ ਨਾਨਕ ਸਾਹਿਬ ਜੀ ਦੇ, ਗੁਰੂ ਅੰਗਦ ਦੇਵ ਸਾਹਿਬ ਦੇ ਚਰਨ ਮਨਾਏ। ਨਗਰ ਨੀਵ ਤਰ ਚਿੰਨ ਬੇਲਾਏ। ਔਰ ਨਾਂ ਲੈ ਕੇ ਗੁਰੂ ਨਾਨਕ ਸਾਹਿਬ ਤੇ ਗੁਰੂ ਅੰਗਦ ਸਾਹਿਬ ਜੀ ਦਾ ਗੁਰੂ ਅਮਰਦਾਸ ਸਾਹਿਬ ਜੀ ਨੇ ਆਪਣੇ ਹੱਥੀਂ ਗੋਇੰਦਵਾਲ ਸਾਹਿਬ ਨਗਰ ਦੀ ਨੀਂਹ ਰੱਖੀ। ਤਬ ਤੇ ਬੌਰ ਨ ਭੂਤ ਨ ਪ੍ਰੇਤ। ਜਦੋਂ ਦੀ ਮਹਾਰਾਜ ਜੀ ਨੇ ਨੀਂਹ ਰੱਖੀ, ਨਗਰੀ ਵਸਾਈ, ਉਸ ਦਿਨ ਤੋਂ ਬਾਅਦ ਗੁਰੂ ਪਾਤਸ਼ਾਹ ਦੀ ਇਸ ਨਗਰੀ ਵਿੱਚ ਕਦੇ ਕੋਈ ਭੂਤ ਪ੍ਰੇਤ ਨਹੀਂ ਆਇਆ, ਨਹੀਂ ਵਸਿਆ। ਨੇ ਦੇਖੇ ਜੋ ਢਾਈ ਨਿਕੇਤ। ਜਿਹੜੇ ਆ ਕੇ ਰੋਜ਼ ਢਾ ਦਿੰਦੇ ਸੀ ਨਾ ਰਾਤ ਨੂੰ ਘਰ, ਉਹ ਨਹੀਂ ਮੁੜ ਕੇ ਦਿਸੇ। ਗੋਂਦਾ ਸੋਚੇ ਵੀ ਅੱਜ ਤਾਂ ਫਿਰ ਉਸਾਰੀ ਹੋ ਗਈ ਹੈ, ਰਾਤ ਨੂੰ ਖਬਰੇ ਕੀ ਹੋਵੇ, ਕਿਉਂਕਿ ਅੱਗੇ ਦਿਨੇ ਉਸਾਰਦਾ ਸੀ, ਰਾਤ ਨੂੰ ਢਾ ਜਾਂਦੇ ਸੀ। ਹੁਣ ਉਹ ਵੇਖਦਾ ਵੀ ਖਰੇ ਰਾਤ ਕੀ ਹੋਏਗਾ। ਰਾਤ ਆਈ ਪਰ ਜਿਵੇਂ ਚਿਣਿਆ ਸੀ ਦਿਨੇ ਉਦਾਂ ਹੀ ਰਿਹਾ। ਅਗਲੇ ਦਿਨ ਵੀ ਮੁੜ ਕੇ ਕੋਈ ਭੂਤ ਪ੍ਰੇਤ ਨਹੀਂ ਆਇਆ ਜਿਹੜੇ ਪਹਿਲਾਂ ਘਰ ਢਾਂਦੇ ਸਨ। ਪੂਰਬ ਸਦਨ ਬਣਾਵੇ ਕੋ। ਪਹਿਲਾਂ ਜਦੋਂ ਕੋਈ ਉੱਥੇ ਮਕਾਨ ਬਣਾਇਆ ਜਾਂਦਾ ਸੀ, ਪ੍ਰੇਤ ਬਿਦਾਰਤ ਢਾਰਤ ਸੋ। ਜਿਹੜੇ ਪ੍ਰੇਤ ਸਨ ਉਹ ਆ ਕੇ ਢਾ ਦਿੰਦੇ ਸਨ। ਜਿਨਿਓ ਜਿਤੋ ਸੋ ਬਨਿਓ ਰਿਓ ਹੈ। ਹੁਣ ਜਿੰਨਾ ਚਿਣਿਆ ਹੋਇਆ ਸੀ ਓਨਾ ਹੀ ਬਣਿਆ ਰਿਹਾ। ਗੋਂਦੇ ਦੇਖ ਆਨੰਦ ਲਿਓ ਹੈ।
ਭਾਈ ਗੋਂਦਾ ਜਿਹੜਾ ਸੀ ਉਹਨੇ ਵੇਖਿਆ, ਬੜਾ ਖੁਸ਼ ਹੋਇਆ, ਬੜਾ ਪ੍ਰਸੰਨ ਹੋਇਆ। ਬਹੁਤ ਧਨ ਖਰਚ ਮਜੂਰ ਲਗਾਏ, ਗੋਂਦੇ ਨੇ ਬਹੁਤ ਸਾਰਾ ਧਨ ਖਰਚ ਕੇ ਮਜ਼ਦੂਰ ਲਾਏ। ਕਰਤੇ ਕਾਰੀਗਰ ਸਮੁਦਾਏ, ਬਹੁਤ ਸਾਰੇ ਕਾਰੀਗਰ ਮਿਸਤਰੀ ਲਾ ਦਿੱਤੇ ਜਿਹੜੇ ਉਸਾਰੀ ਕਰ ਰਹੇ ਨੇ। ਤਬ ਸ਼੍ਰੀ ਅਮਰ ਵਿਚਾਰ ਕਰਿਓ ਹੈ, ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਨੇ ਵਿਚਾਰ ਕੀਤੀ। ਇਸ ਗੋਂਦੇ ਪਰ ਨਾਮ ਧਰਿਓ ਹੈ, ਗੋਂਦੇ ਦੇ ਨਾਂ ਉੱਤੇ ਮਹਾਰਾਜ ਜੀ ਨੇ ਨਗਰੀ ਦਾ ਨਾਮ ਧਰਿਆ। ਗੋਇੰਦਵਾਲ ਉਚਾਰ ਸੁਨਾਇਓ, ਆਖਿਆ ਇਸ ਨਗਰੀ ਦਾ ਨਾਮ ਹੈ ਗੋਇੰਦਵਾਲ। ਗੋਂਦਾ ਖੱਤਰੀ ਸੀ ਨਾ, ਉਹਦੇ ਨਾਂ ਤੇ ਗੁਰੂ ਅਮਰਦਾਸ ਸਾਹਿਬ ਜੀ ਨੇ ਨਾਂ ਧਰਿਆ ਗੋਇੰਦਵਾਲ ਸਾਹਿਬ, ਜਿਨ੍ਹਾਂ ਨੂੰ ਭੱਟਾਂ ਨੇ ਬਾਅਦ ਚ ਆਖਿਆ ਇਹ ਗੋਬਿੰਦਪੁਰੀ ਹੈ। ਭਇਓ ਨਾਮਪੁਰ ਕੋ ਬਿਦਤਾਇਓ, ਇਹ ਤਾਂ ਗੋਇੰਦਵਾਲ ਸਾਹਿਬ ਇਹ ਨਗਰ ਦਾ ਨਾਮ ਸਾਰੇ ਸੰਸਾਰ ਵਿੱਚ, ਸਾਰੇ ਜਗਤ ਵਿੱਚ ਪ੍ਰਗਟ ਹੋਇਆ। ਕੇਤਕ ਸਦਨ ਤਿਆਰ ਕਰਵਾਏ, ਜਦੋਂ ਕੁਝ ਕੁ ਮਕਾਨ ਬਣ ਕੇ ਤਿਆਰ ਹੋ ਗਏ, ਸ਼੍ਰੀ ਅੰਗਦ ਕੇ ਦਰਸ਼ਨ ਆਏ, ਫਿਰ ਸਤਿਗੁਰੂ ਜੀ ਵਾਪਸ ਖਡੂਰ ਸਾਹਿਬ ਆਏ। ਧੰਨ ਗੁਰੂ ਅੰਗਦ ਦੇਵ ਸਾਹਿਬ ਜੀ ਦੇ ਆਣ ਕੇ ਦਰਸ਼ਨ ਦਿਦਾਰੇ ਕੀਤੇ। ਬੰਧਨ ਠਾਨੀ ਹੋਏ ਅਤੀਨਾ, ਆ ਕੇ ਗੁਰੂ ਚਰਨਾਂ 'ਚ ਬੰਦਨਾ ਕੀਤੀ, ਸਤਿਗੁਰਾਂ ਦੇ ਚਰਨਾਂ ਵਿੱਚ ਅਧੀਨ ਹੋ ਕੇ ਨਮਸਕਾਰ ਕੀਤੀ। ਭਨਤ ਬਿਨੇ ਬਨ ਆਗੇ ਦੀਨਾ, ਮਹਾਰਾਜ ਜੀ ਦੇ ਸਨਮੁਖ ਸਨਿਮਰ ਭਾਵ ਨਾਲ ਦੀਨ ਹੋ ਕੇ ਬੇਨਤੀ ਕੀਤੀ। ਰਾਵਰ ਕੀ ਆਗਿਆ ਜਿਮ ਹੋਈ, ਆਖਿਆ ਮਹਾਰਾਜ ਜਿਵੇਂ ਆਪ ਜੀ ਦੀ ਆਗਿਆ ਹੋਈ ਹੈ, ਜਿਵੇਂ ਆਪ ਜੀ ਦਾ ਹੁਕਮ ਹੋਇਆ ਹੈ। ਸੁਧਰਿਓ ਕਾਜ ਭਇਓ ਪੁਰਸੋਈ, ਮਹਾਰਾਜ ਜੀ ਉਹ ਕਾਰਜ ਸੁਧਰ ਗਿਆ ਹੈ, ਤੁਹਾਡੀ ਦਇਆ ਮਾਇਆ ਨਾਲ ਨਗਰ ਵਸ ਗਿਆ ਹੈ। ਲਗੇ ਮਜੂਰ ਕਰਤ ਹੈ ਕਾਰੇ, ਮਜ਼ਦੂਰ ਲੱਗੇ ਹੋਏ ਨੇ, ਕਾਰੀਗਰ ਲੱਗੇ ਹੋਏ ਨੇ, ਉਹ ਮਕਾਨ ਉਸਾਰ ਰਹੇ ਹਨ। ਕੇਤਕ ਕਰੇ ਨਿਕੇਤ ਸੁਤਿਆਰੇ, ਮਹਾਰਾਜ ਕੁਝ ਮਕਾਨ ਬਣ ਕੇ ਤਿਆਰ ਵੀ ਹੋ ਗਏ ਨੇ, ਕੁਝ ਕੁ ਮਕਾਨ ਉਹ ਬਣ ਕੇ ਤਿਆਰ ਵੀ ਹੋ ਗਏ ਨੇ। ਸ਼੍ਰੀ ਅੰਗਦ ਸੁਨ ਭਏ ਪ੍ਰਸੰਨ, ਜਦੋਂ ਗੁਰੂ ਅਮਰਦਾਸ ਸਾਹਿਬ ਨੇ ਆ ਕੇ ਉਹ ਬੇਨਤੀ ਕੀਤੀ, ਸੁਣ ਕੇ ਧੰਨ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਬੜੇ ਹੀ ਪ੍ਰਸੰਨ ਹੋਏ। ਪੁਰਖਾ ਅਬ ਐਸੇ ਬਚ ਮਨ, ਮਹਾਰਾਜ ਜੀ ਕਹਿਣ ਲੱਗੇ ਪੁਰਖਾ ਹੁਣ ਇਉਂ ਕਰੋ, ਇਉਂ ਸਾਡਾ ਬਚਨ ਮੰਨੋ, ਨਿਜ ਪਰਿਵਾਰ ਹਕਾਰੋ ਸਾਰਾ, ਹੁਣ ਤੁਸੀਂ ਆਪਣਾ ਸਾਰਾ ਪਰਿਵਾਰ ਜੋ ਤੁਹਾਡੇ ਨਗਰ ਬਾਸਰ ਕੇ ਰਹਿੰਦਾ ਹੈ ਉਹਨਾਂ ਸਾਰਿਆਂ ਨੂੰ ਸੱਦ ਲਵੋ। ਬਸੋ ਤਾਂ ਸੁਖ ਲਹੋ ਉਦਾਰਾ, ਔਰ ਤੁਸੀਂ ਉੱਥੇ ਜਾ ਕੇ ਨਿਵਾਸ ਕਰੋ ਗੋਇੰਦਵਾਲ ਸਾਹਿਬ, ਉੱਥੇ ਆਪਣਾ ਨਿਵਾਸ ਕਰਕੇ ਹਾਜ਼ਰ ਰਹੋ। ਅਪਰ ਜੇ ਆਵੇਂ ਬਸ ਬੇਕਾਰਨ, ਆਪਣਾ ਪਰਿਵਾਰ ਲੈ ਕੇ ਉੱਥੇ ਵਸੋ, ਜਿਹੜਾ ਕੋਈ ਹੋਰ ਵੀ ਆਵੇ ਉੱਥੇ ਵਸਣ ਵਾਸਤੇ ਕਿ ਅਸੀਂ ਇਸ ਨਗਰ ਵਿੱਚ ਵਸਣਾ ਤੇ ਰਹਿਣਾ। ਤਿਨੇ ਬਸਾਵੋ ਸਦਨੀ ਉਸਾਰਨ, ਉਹਨਾਂ ਨੂੰ ਉੱਥੇ ਵਸਾਓ। ਜੇ ਉਹਨਾਂ ਨੇ ਕੋਈ ਮਕਾਨ ਉਸਾਰਨੇ ਹਨ, ਉਹਨਾਂ ਦੀ ਸਹਾਇਤਾ ਦੀ ਉਹਨਾਂ ਨੂੰ ਕਿਸੇ ਪ੍ਰਕਾਰ ਦੀ ਲੋੜ ਹੈ ਤਾਂ ਉਹ ਸਹਾਇਤਾ ਵੀ ਤੁਸੀਂ ਕਰੋ। ਬਾਸ ਤੁਮਾਰ ਸਮੀਪ ਹਮਾਰੇ, ਤੁਹਾਡਾ ਵਾਸ ਸਾਡੇ ਨੇੜੇ ਹੋ ਜਾਏਗਾ, ਖਡੂਰ ਸਾਹਿਬ ਦੇ ਨੇੜੇ ਹੀ ਤੁਸੀਂ ਸਾਡੇ ਵਸੋਗੇ ਰਹੋਗੇ। ਮਿਲੋ ਚੌਰੇ ਸਦਨ ਮਝਾਰੇ, ਰਹਿਣਾ ਤੁਸੀਂ ਆਪਣੇ ਘਰ ਹੀ, ਤੇ ਜਦੋਂ ਮਿਲਣਾ ਹੋਵੇਗਾ ਸੁਖਾਲਾ ਜਦੋਂ ਮਰਜ਼ੀ ਆ ਜਾਇਆ ਕਰੋ। ਗੋਇੰਦਵਾਲ ਸਾਹਿਬ ਕੋਈ ਦੂਰ ਨਹੀਂ ਹੈ ਇੱਥੋਂ, ਜਦੋਂ ਤੁਹਾਡੀ ਇੱਛਾ ਹੋਵੇ ਤੁਸੀਂ ਆ ਕੇ ਸਾਡੇ ਦਰਸ਼ਨ ਕਰ ਜਾਣਾ ਔਰ ਆਪਣੇ ਘਰ ਵਿੱਚ ਪਰਿਵਾਰ 'ਚ ਨਿਵਾਸ ਰੱਖਣਾ। ਅਬ ਬਾਸਰ ਕੇ ਗ੍ਰਾਮ ਸਿਧਾਰ, ਤੁਸੀਂ ਹੁਣ ਇੱਥੋਂ ਜਾਓ, ਆਪਣੇ ਨਗਰ ਜਨਮ ਭੂਮੀ ਬਾਸਰ ਕੇ ਜਾਓ। ਮਿਲੋ ਸਬਨ ਸੋ ਕਰ ਹਿਤਕਾਰ, ਔਰ ਬਾਸਰ ਕੇ ਪਿੰਡ ਜਾ ਕੇ ਆਪਣੇ ਸਾਰੇ ਸੰਬੰਧੀਆਂ ਨੂੰ, ਪਰਿਵਾਰ ਨੂੰ, ਰਿਸ਼ਤੇਦਾਰਾਂ ਨੂੰ, ਭਰਾਵਾਂ ਭਤੀਜਿਆਂ ਨੂੰ ਮਿਲੋ। ਨਿਰੰਕਾਲ ਬੀਤਾ ਤੁਝ ਆਏ, ਕਿ ਸਾਡੇ ਕੋਲ ਆਇਆ ਤੁਹਾਨੂੰ 12 ਵਰ੍ਹੇ ਬੀਤ ਗਏ ਨੇ, ਸਾਡੇ ਕੋਲ ਇੱਥੇ ਆਇਆ ਜਦੋਂ ਦੇ ਨਗਰ ਛੱਡ ਕੇ ਆਏ ਹੋ ਬਾਸਰ ਕੇ ਤੋਂ, ਲੰਮਾ ਸਮਾਂ ਤੁਹਾਨੂੰ ਸਾਡੇ ਕੋਲ ਬੀਤ ਗਿਆ। ਨੈ ਕੁਟੰਬ ਸੋ ਮਿਲਿਓ ਸਿਧਾਏ, ਮੁੜ ਕੇ ਤੁਸੀਂ ਵਾਪਸ ਗਏ ਹੀ ਨਹੀਂ ਆਪਣੇ ਨਗਰ, ਆਪਣੇ ਪਰਿਵਾਰ ਨੂੰ, ਪੁੱਤਰਾਂ ਧੀਆਂ ਨੂੰ, ਕੁਟੰਬੀਆਂ ਨੂੰ ਨਹੀਂ ਮਿਲੇ। ਲੈ ਆਵੋ ਜਾਵੋ ਤਤਕਾਲ, ਤਾਤਕਾਲ ਛੇਤੀ ਜਾਵੋ ਔਰ ਜਾ ਕੇ ਆਪਣਾ ਸਾਰਾ ਪਰਿਵਾਰ ਬਾਸਰ ਕੇ ਤੋਂ ਲੈ ਕੇ
ਗੋਇੰਦਵਾਲ ਸਾਹਿਬ ਜਾ ਕੇ ਨਿਵਾਸ ਕਰਵਾਓ। ਕਰੋ ਬਾਸ ਅਬ ਗੋਇੰਦਵਾਲ। ਤੁਸੀਂ ਹੁਣ ਗੋਇੰਦਵਾਲ ਸਾਹਿਬ ਵਿਖੇ ਆਪਣਾ ਨਿਵਾਸ ਕਰੋ, ਉਹ ਨਗਰੀ ਤੁਹਾਡੀ ਨਗਰੀ ਹੈ। ਆਇਸ ਪਾਏ ਗੁਰੂ ਕੀ ਗਏ। ਗੁਰੂ ਅਮਰਦਾਸ ਸਾਹਿਬ ਜੀ ਨੇ ਪਿਤਾ ਗੁਰੂ ਅੰਗਦ ਦੇਵ ਸਾਹਿਬ ਜੀ ਦੀ ਆਗਿਆ, ਸਤਿਗੁਰਾਂ ਦਾ ਹੁਕਮ ਪ੍ਰਾਪਤ ਕੀਤਾ। ਆਗਿਆ ਮੰਨ ਕੇ ਸਤਿਗੁਰੂ ਜੀ ਚੱਲ ਪਏ। ਸਭ ਲੋਕਨ ਸੰਗ ਮਿਲਤੇ ਪਏ। ਜਾ ਕੇ ਆਪਣੇ ਨਗਰ ਪਹੁੰਚੇ ਬਾਸਰ ਕੇ। ਜਿੰਨੇ ਨਗਰ ਨਿਵਾਸੀ ਸਨ ਮਹਾਰਾਜ ਜੀ ਦੇ ਮਿੱਤਰ ਪਿਆਰੇ, ਸਭ ਨੂੰ 12 ਵਰਿਆਂ ਬਾਅਦ ਆ ਕੇ ਸਤਿਗੁਰੂ ਜੀ ਮਿਲੇ ਹਨ। ਗੁਰ ਪ੍ਰਸੰਨ ਪੇ ਕਥਾ ਸੁਨਾਈ। ਔਰ ਪ੍ਰਸੰਨ ਹੋਏ। ਨਾਲ ਦੇ ਸਾਥੀਆਂ ਨੂੰ, ਪਰਿਵਾਰਾਂ ਨੇ ਪੁੱਛਿਆ, ਜੀ ਕਿੱਥੇ ਚਲੇ ਗਏ ਸੋ ਆਪ ਜੀ, ਇੰਨਾ ਸਮਾਂ ਬਿਤਾ ਕੇ ਪਰਤੇ ਹੋ? ਫਿਰ ਮਹਾਰਾਜ ਗੁਰੂ ਅਮਰਦਾਸ ਸਾਹਿਬ ਜੀ ਨੇ ਦੱਸਿਆ ਕਿ ਮੈਨੂੰ ਗੁਰੂ ਅੰਗਦ ਦੇਵ ਸਾਹਿਬ ਦੇ ਚਰਨਾਂ 'ਚ ਥਾਂ ਮਿਲੀ ਹੈ। ਧੰਨ ਗੁਰੂ ਅੰਗਦ ਦੇਵ ਸਾਹਿਬ ਮੇਰੇ ਤੇ ਬੜੇ ਹੀ ਪ੍ਰਸੰਨ ਹੋਏ ਹੈ, ਉਹਨਾਂ ਮੇਰੇ ਤੇ ਬੜੀ ਖੁਸ਼ੀ ਕੀਤੀ ਹੈ। ਦਈ ਮੋਏ ਸਭ ਭਾਂਤ ਵਡਾਈ। ਮੈਨੂੰ ਸਰਬ ਪ੍ਰਕਾਰ ਨਾਲ ਗੁਰੂ ਅੰਗਦ ਸਾਹਿਬ ਨੇ ਵਡਿਆਈ ਬਖਸ਼ੀ ਹੈ। ਸਰਬ ਪ੍ਰਕਾਰ ਨਾਲ ਉਹਨਾਂ ਨੇ ਆਪਣਾ ਆਪ ਹੀ ਮੇਰੇ ਅੰਦਰ ਧਰ ਦਿੱਤਾ ਹੈ। ਅਬ ਗੁਰ ਹੁਕਮ ਪਇਓ ਇਸ ਢਾਲ। ਹੁਣ ਉਹਨਾਂ ਦਾ ਹੁਕਮ ਹੋਇਆ ਹੈ, ਉਹਨਾਂ ਦੀ ਆਗਿਆ ਹੋਈ ਹੈ, ਤਾਂ ਮੈਂ ਇੱਥੇ ਆਇਆ ਤੇ ਉਹਨਾਂ ਦਾ ਹੁਕਮ ਇਹ ਹੋਇਆ ਹੈ, ਬਸੋ ਜਾਏ ਕਰ ਗੋਇੰਦਵਾਲ। ਤੁਸੀਂ ਬਾਸਰ ਕੇ ਨਗਰ ਤੋਂ ਆਪਣੇ ਪਰਿਵਾਰ ਨੂੰ ਨਾਲ ਲੈ ਕੇ ਸ੍ਰੀ ਗੋਇੰਦਵਾਲ ਸਾਹਿਬ ਜਾ ਕੇ ਨਿਵਾਸ ਕਰੋ। ਇਹ ਮੇਰੇ ਪਿਤਾ ਗੁਰੂ ਅੰਗਦ ਦੇਵ ਸਾਹਿਬ ਦਾ ਹੁਕਮ ਹੋਇਆ ਹੈ। ਦੇਰ ਨ ਕਰੋ ਚਲੋ ਮਮ ਸੰਗ। ਪਰਿਵਾਰ ਨੂੰ ਆਖਿਆ, ਚਲੋ ਭਾਈ ਦੇਰੀ ਨਾ ਲਾਓ, ਗੁਰੂ ਸਾਹਿਬ ਜੀ ਦਾ ਹੁਕਮ ਹੈ। ਚੱਲ ਕੇ ਗੋਇੰਦਵਾਲ ਸਾਹਿਬ ਮਕਾਨ ਬਣ ਗਏ ਨੇ, ਉੱਥੇ ਚੱਲ ਕੇ ਆਪਣਾ ਟਿਕਾਣਾ ਕਰੋ, ਨਿਵਾਸ ਕਰੋ। ਪੁਰ ਸੁੰਦਰ ਕਰ ਹੋਏ ਉਤੰਗ। ਬੜਾ ਸੁੰਦਰ ਨਗਰ ਹੈ, ਬਿਆਸ ਦਰਿਆ ਦੇ ਕੰਢੇ ਤੇ ਵਸਿਆ, ਉੱਚੇ ਥਾਂ ਦੇ ਉੱਤੇ ਬਣਿਆ ਹੋਇਆ ਨਗਰ ਹੈ। ਜੀਤਕ ਮਾਨੇ ਬਾਕ ਪਨੇ ਜਬ। ਜਦੋਂ ਮਹਾਰਾਜ ਜੀ ਨੇ ਬਚਨ ਕਹੇ, ਜਿੰਨੇ ਮਹਾਰਾਜ ਜੀ ਦੇ ਪਰਿਵਾਰ ਦੇ ਜੀ ਸੀ, ਸੰਬੰਧੀ ਸਨ ਨਗਰ ਦੇ ਵਿੱਚ, ਮਹਾਰਾਜ ਜੀ ਦੇ ਮਿੱਤਰ ਪਿਆਰੇ ਸਨ, ਜਿਨ੍ਹਾਂ ਨੇ ਸੁਣ ਕੇ ਮਹਾਰਾਜ ਜੀ ਦੇ ਬਚਨ ਮੰਨੇ, ਉਠ ਸ਼੍ਰੀ ਅਮਰ ਸੰਗ ਪੇਸੋ ਸਭ। ਸਾਰੇ ਕਮਰ ਕੱਸਾ ਕਰਕੇ ਉੱਠ ਕੇ ਨਾਲ ਚੱਲ ਪਏ। ਮਹਾਰਾਜ ਜੀ ਤੁਹਾਡੇ ਨਾਲ ਚੱਲਾਂਗੇ। ਜਿਨ੍ਹਾਂ ਨੇ ਗੁਰੂ ਸਾਹਿਬ ਜੀ ਦਾ ਸਨਮਾਨ ਰੱਖਿਆ, ਉਹਨਾਂ ਇਹ ਨਹੀਂ ਵੇਖਿਆ ਵੀ ਚਿਰਾਂ ਤੋਂ ਇੱਥੇ ਵਸਦੇ ਆ, ਹੁਣ ਇੱਕ ਵਾਰੀ ਫਿਰ ਨਵੇਂ ਥਾਂ ਜਾ ਕੇ ਵਸਾਂਗੇ, ਔਖਾ ਹੋਵੇਗਾ। ਉਹਨਾਂ ਆਖਿਆ, ਜੇ ਗੁਰੂ ਸਾਹਿਬ ਕਹਿ ਰਹੇ ਨੇ, ਗੁਰੂ ਅਮਰਦਾਸ ਜੀ, ਜਿੰਨੇ ਰਿਸ਼ਤੇਦਾਰ ਸੰਬੰਧੀ ਮਹਾਰਾਜ ਜੀ ਦਾ ਅਦਬ ਸਤਕਾਰ ਰੱਖਣ ਵਾਲੇ, ਸਭ ਨੇ ਆਗਿਆ ਮੰਨੀ ਤੇ ਨਾਲ ਚੱਲਣ ਨੂੰ ਤਿਆਰ ਹੋ ਗਏ। ਪਹੁੰਚੇ ਗੋਇੰਦਵਾਲ ਸੁਜਾਏ। ਚੱਲ ਕੇ ਮਹਾਰਾਜ ਜੀ ਨੇ ਗੱਡਿਆਂ ਦੇ ਉੱਤੇ ਰਾਗ ਸਾਜ ਲੱਦ ਲਿਆ, ਸਭ ਨੇ ਆਪੋ ਆਪਣਾ, ਔਰ ਬਾਸਰ ਕੇ ਨਗਰ ਤੋਂ ਚੱਲ ਕੇ ਸ਼੍ਰੀ ਗੋਇੰਦਵਾਲ ਸਾਹਿਬ ਆਏ ਹਨ। ਬਸੇ ਠਾਨ ਰੁਚ ਸਭ ਸੁਖ ਪਾਏ। ਗੋਇੰਦਵਾਲ ਸਾਹਿਬ ਆ ਕੇ ਸੋਹਣੇ ਬਣੇ ਮਕਾਨਾਂ 'ਚ ਵਸੇ ਨੇ, ਰੁਚੀ ਸਹਿਤ ਸਭ ਨੂੰ ਸਭ ਕੁਝ ਮਿਲਿਆ ਹੈ। ਸ੍ਰੀ ਅੰਗਦ ਕੇ ਦਰਸ਼ਨ ਕਾਰਨ। ਧੰਨ ਗੁਰੂ ਅੰਗਦ ਦੇਵ ਸਾਹਿਬ ਜੀ ਦੇ ਦਰਸ਼ਨ ਕਰਨ ਵਾਸਤੇ ਜਾਏ ਖਡੂਰ ਸੁ ਕਰੇ ਨਿਹਾਰਨ। ਗੁਰੂ ਅਮਰਦਾਸ ਸਾਹਿਬ ਜੀ ਤਕਰੀਬਨ ਰੋਜ਼ਾਨਾ ਹੀ ਜਾਂਦੇ। ਗੋਇੰਦਵਾਲ ਸਾਹਿਬ ਤੋਂ ਜਾਣਾ, ਖਡੂਰ ਸਾਹਿਬ ਜਾ ਕੇ ਮਹਾਰਾਜ ਜੀ ਦੇ ਦਰਸ਼ਨ ਕਰਨੇ ਤੇ ਸ਼ਾਮ ਨੂੰ ਵਾਪਸ ਪਰਤ ਆਉਣਾ। ਏਦਾਂ ਰੋਜ਼ ਮਹਾਰਾਜ ਜੀ ਦੇ ਦਰਸ਼ਨ ਕਰਨ ਲਈ ਗੁਰੂ ਅਮਰਦਾਸ ਸਾਹਿਬ ਜੀ ਜਾਂਦੇ ਹਨ। ਪਾਚਲ ਪਾਏ ਚਲੇ ਜਬ ਆਵੇ। ਤੇ ਜਦੋਂ ਵਾਪਸ ਆਉਂਦੇ ਨੇ ਖਡੂਰ ਸਾਹਿਬ ਤੋਂ, ਮਹਾਰਾਜ ਜੀ ਪੁੱਠੇ ਚਰਨਾਂ ਦੇ ਨਾਲ ਹੀ ਪਿਛਲੇ ਪਾਸੇ ਨੂੰ, ਮੁੱਖ ਮਹਾਰਾਜ ਜੀ ਦੀ ਨਗਰੀ ਵੱਲ, ਪਿੱਠ ਪਿਛਲੇ ਰਸਤੇ ਨੂੰ ਕਰਕੇ ਚੱਲ ਪੈਂਦੇ। 3 ਕੋਸ ਲਗ ਏਵ ਸਿਧਾਵੇ। ਇਹ ਤਾਂ 3 ਕੋਹ ਤੱਕ ਚੱਲ ਕੇ ਆਉਂਦੇ। ਜਪਜੀ ਸਾਹਿਬ ਦਾ ਪਾਠ ਕਰਦੇ ਆ, 3 ਕੋਹ ਤੱਕ ਆਉਣਾ, ਉੱਥੇ ਆ ਕੇ ਪਾਠ ਦਾ ਭੋਗ ਪਾਣਾ ਤੇ ਗੁਰੂ ਸਾਹਿਬ ਦਾ ਧਿਆਨ ਧਾਰ ਕੇ ਮੱਥਾ ਟੇਕਣਾ। ਤਹਾਂ ਕਰੇ ਹੋਏ ਬੰਦਨ ਠਾਨੇ। ਔਰ ਖਲੋ ਕੇ ਬੰਦਨਾ ਕਰਕੇ ਅਰਦਾਸ ਕਰਨੀ। ਪੁਨ ਕਰ ਦਿਸ਼ ਮੁਖ ਕਰੇ ਪਿਆਨੇ। ਫਿਰ ਗੋਇੰਦਵਾਲ ਸਾਹਿਬ ਵੱਲ ਮੁਖ ਕਰਕੇ ਸਿੱਧੇ ਚਰਨਾਂ ਨਾਲ ਚੱਲ ਪੈਂਦੇ। ਏਤਕ ਸਿੱਖਨ ਤੇ ਸੁਨ ਔਰ। ਖਾਲਸਾ ਜੀ ਏਦਾਂ ਹੋਰ ਵੀ ਕਈ ਸਿੱਖਾਂ ਕੋਲੋਂ ਸੁਣ ਕੇ ਜਲ ਗਾਗਰ ਆਨ ਤੇ ਸਠੌਰ। ਮਾਂ ਕਵੀ ਜੀ ਕਹਿੰਦੇ ਬਈ ਮੈਂ ਸਿੱਖਾਂ ਕੋਲੋਂ ਸੁਣਿਆ ਜਿਹੜੇ ਉੱਥੇ ਵਸਦੇ ਨੇ,
ਉਹ ਕਹਿੰਦੇ ਵੀ ਜਦੋਂ ਸਤਿਗੁਰੂ ਜੀ ਪਾਣੀ ਦੀ ਗਾਗਰ ਭਰ ਕੇ ਲਿਆਉਂਦੇ ਸਨ, ਨਦੀ ਵਿਪਾਸਾ ਤੇ ਭਰ ਲਿਆਵੇਂ। ਬਿਆਸ ਦਰਿਆ ਤੋਂ ਮਹਾਰਾਜ ਜੀ ਜਲ ਦੀ ਗਾਗਰ ਗੁਰੂ ਸਾਹਿਬ ਦੇ ਇਸ਼ਨਾਨ ਲਈ ਭਰ ਕੇ ਲਿਆਉਂਦੇ ਸੀ, ਸ੍ਰੀ ਗੁਰ ਕੋ ਇਸ਼ਨਾਨ ਕਰਾਵੇਂ। ਔਰ ਆ ਕੇ ਗੁਰੂ ਅੰਗਦ ਸਾਹਿਬ ਦਾ ਇਸ਼ਨਾਨ ਕਰਾਉਂਦੇ ਸਨ। ਲੈਨ ਜਾਏ ਚੱਲ ਪਾਚਲ ਔਰ। ਜਦੋਂ ਜਲ ਲੈਣ ਜਾਂਦੇ ਸੀ ਨਾ ਤੇ ਪੁੱਠੇ ਪੈਰੀ ਇੱਥੇ ਤੱਕ ਹੀ ਚੱਲ ਕੇ ਆਉਂਦੇ ਸਨ। ਆਨਨ ਰਾਖੇ ਤਬ ਗੁਰ ਔਰ। ਉਦੋਂ ਵੀ ਮੁੱਖ ਗੁਰੂ ਸਾਹਿਬ ਦੀ ਨਗਰੀ ਵੱਲ ਸਤਿਗੁਰਾਂ ਵੱਲ ਹੀ ਰੱਖਦੇ ਸਨ। ਇਸ ਤਲੇ ਆਵੇਂ ਸੀਸ ਨਿਵਾਵੇਂ। ਇਸ ਜਗ੍ਹਾ ਤੇ ਆ ਕੇ ਸੀਸ ਨਿਵਾਉਂਦੇ ਸਨ। ਪੁਨ ਸਲਤਾ ਦਿਸ਼ ਮੁਖ ਕਰ ਜਾਵੇਂ। ਇੱਥੋਂ ਮਹਾਰਾਜ ਜੀ ਦਰਿਆ ਵੱਲ ਮੁਖ ਕਰਕੇ ਫਿਰ ਸਿੱਧੇ ਚਰਨਾਂ ਨਾਲ ਚੱਲਦੇ ਸਨ। ਨਿਤ ਪ੍ਰਤ ਕਰੇ ਇਸੀ ਬਿਦਕਾਰ। 12 ਸਾਲ ਦੀ ਘਾਲਣਾ ਇਸੇ ਤਰ੍ਹਾਂ ਹੀ ਰਹੀ ਹੈ ਗੁਰੂ ਅਮਰਦਾਸ ਜਿੰਨੀ ਵਾਰੀ ਵੀ ਜਲ ਲੈਣ ਜਾਂਦੇ ਸਨ। ਇਮ ਸੇਵੇਂ ਸ੍ਰੀ ਗੁਰ ਦਰਬਾਰ। ਸਤਿਗੁਰਾਂ ਦੀ ਸੇਵਾ ਗੁਰੂ ਦਰਬਾਰ ਦੀ ਕਰਦੇ ਗੁਰੂ ਅਮਰਦਾਸ ਜੀ। ਪਰਸਰਾਮ ਤਪ ਤਪੇ ਬਿਸਾਲਾ। ਪਰਸੂਰਾਮ ਜੀ ਹੋਏ ਮਹਾਂਪੁਰਸ਼ ਜਿਹੜੇ ਬੜੀ ਤਪੱਸਿਆ ਕਰਦੇ ਰਹੇ, ਜਿਨ੍ਹਾਂ ਨੇ ਬੜਾ ਤਪ ਕੀਤਾ। ਬਰਖ ਹਜ਼ਾरों ਬਨ ਸਭ ਕਾਲਾ। ਹਜ਼ਾਰਾਂ ਸਾਲ ਬਨ ਦੇ ਵਿੱਚ ਉਹ ਤਪ ਕਰਦੇ ਰਹੇ। ਪ੍ਰਾਪਤ ਕਲਾ ਬਿਸ਼ਨ ਕੀ ਚਾਰੋ। ਕਹਿੰਦੇ ਉਹਨਾਂ ਨੂੰ 4 ਕਲਾਵਾਂ ਮਿਲੀਆਂ ਸੀ ਭਗਵਾਨ ਵਿਸ਼ਨੂੰ ਦੀਆਂ। 4 ਕਲਾਵਾਂ ਮਿਲੀਆਂ ਸੈਂਕੜੇ ਸਾਲ ਤਪ ਕਰਕੇ ਪਰਸੂਰਾਮ ਜੀ ਨੂੰ। ਭਇਓ ਨ ਤੋ ਬਡੋ ਅਵਤਾਰ। ਸਰਬ ਕਲਾ ਅਵਤਾਰ ਨਹੀਂ ਹੋਏ, ਉਹ ਕੇਵਲ 4 ਕਲਾ ਅਵਤਾਰ ਹੋਏ। ਇਨੋ ਇਕਾਦਸ਼ ਸੰਮਤ ਮਾਈ। ਕਹਿੰਦੇ ਗੁਰੂ ਅਮਰਦਾਸ ਜੀ ਨੇ ਕੇਵਲ 11 ਸਾਲ ਤੇ ਕੁਝ ਮਹੀਨੇ ਸੇਵਾ ਕੀਤੀ। ਸੇਵਾ ਕਰੀ ਰਿਝਾਏ ਤਾਈ। ਗੁਰੂ ਸਾਹਿਬ ਦੀ ਸੇਵਾ ਕਰਕੇ ਮਹਾਰਾਜ ਜੀ ਨੂੰ ਐਸਾ ਪ੍ਰਸੰਨ ਕੀਤਾ। ਪੂਰਨ ਪਏ ਪ੍ਰਭੂ ਅਵਤਾਰੇ। ਸਰਬ ਕਲਾ ਸਮਰੱਥ ਅਵਤਾਰ ਹੋ ਗਏ ਧੰਨ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ। ਜਗ ਮੈਂ ਦਾਸ ਉਧਾਰ ਹਜ਼ਾਰੇ। ਇਹਨਾਂ ਨੇ ਹਜ਼ਾਰਾਂ ਹੀ ਸੇਵਕ ਦਾਸ ਇਹ ਸੰਸਾਰ ਤੋਂ ਉਧਾਰੇ ਹਨ। ਜਾਂ ਤੇ ਸਤਗੁਰ ਅਰ ਸਤ ਸੰਗ। ਕਰਕੇ ਗੁਰਮਖੋ ਸਤਿਗੁਰੂ ਜੀ ਔਰ ਸਾਧ ਸੰਗਤ ਇਨਕੀ ਸੇਵਾ ਅਧਿਕ ਉਤੰਗ। ਇਹਨਾਂ ਦੀ ਸੇਵਾ ਸਭ ਤੋਂ ਉੱਚੀ ਹੈ। ਹਜ਼ਾਰਾਂ ਸਾਲ ਦਾ ਤਪ ਕਰਕੇ ਜੋ ਪ੍ਰਾਪਤ ਨਹੀਂ ਹੁੰਦਾ, ਉਹ ਸਾਧ ਸੰਗਤ ਵਿੱਚ ਘੜੀ ਮਾਤਰ ਗੁਰੂ ਕੀ ਸੇਵਾ ਕਰਕੇ ਪ੍ਰਾਪਤ ਹੋ ਜਾਂਦਾ ਹੈ। ਪਰ ਸਤਿ ਸ੍ਰੀ ਅਕਾਲ। ਬਰਖ ਹਜ਼ਾरों ਤਪ ਜੇ ਘਾਲੇ। ਹਜ਼ਾਰਾਂ ਸਾਲ ਕੋਈ ਪੁੱਠਾ ਲਟਕ ਕੇ ਤਪ ਘਾਲੇ। ਤਿਨ ਤੇ ਸੇਵਾ ਅਹੀਂ ਬਿਸਾਲੇ। ਗੁਰੂ ਔਰ ਗੁਰੂ ਕੀ ਸੰਗਤ ਦੀ ਸੇਵਾ ਛਿਨ ਮਾਤਰ ਦੇ ਸਮੇਂ ਵਿੱਚ ਵੀ ਜੀਵ ਨੂੰ ਤਾਰ ਦਿੰਦੀ ਹੈ। ਹਜ਼ਾਰਾਂ ਸਾਲ ਦੇ ਤਪ ਤੋਂ ਵੀ ਵੱਡੀ ਘਾਲਣਾ ਹੈ। ਜਬ ਕਬ ਅਬ ਅਰ ਆਗੇ ਕੇ। ਇਹ ਭਾਈ ਜਦੋਂ ਕਦੋਂ ਤੇ ਆਉਣ ਵਾਲੇ ਸਮੇਂ ਵਿੱਚ ਵੀ ਅੱਗੇ ਸੇਵ ਬਿਖੈ ਮਨ ਲਾਵੇਂ ਜੇ। ਜਿਹੜੇ ਗੁਰਮੁਖ ਸੇਵਾ ਵਿੱਚ ਮਨ ਲਾਉਣਗੇ ਗੁਰੂ ਔਰ ਗੁਰੂ ਕੀ ਸੰਗਤ ਦੀ ਸੇਵਾ ਵਿੱਚ, ਤਿਨ ਕੋ ਬੌਰ ਨ ਕਰਬੋ ਰਹੇ। ਉਹਨਾਂ ਨੂੰ ਕੁਝ ਹੋਰ ਕਰਨ ਦੀ ਲੋੜ ਨਹੀਂ ਰਹੀ। ਭੋਗ ਮੋਖ ਦੋਨੋਂ ਤੈ ਲਏ। ਭੋਗ ਔਰ ਮੋਖ, ਭੋਗ ਸੰਸਾਰ ਦੇ ਸੁਖ, ਮੋਖ ਪਰਲੋਕ ਦਾ ਸੁਖ ਦੋਵੇਂ ਹੀ ਪ੍ਰਾਪਤ ਹੋ ਗਏ। ਸ੍ਰੀ ਗੁਰੂ ਅਮਰਦਾਸ ਕੇ ਭਰਾਤਾ। ਧੰਨ ਗੁਰੂ ਅਮਰਦਾਸ ਸਾਹਿਬ ਦੇ 3 ਛੋਟੇ ਭਰਾ ਸਨ। ਆਇਓ ਰਾਮਾ ਤਹਾਂ ਜਮਾਤਾ। ਆ ਗਏ ਗੋਇੰਦਵਾਲ ਸਾਹਿਬ। ਮਹਾਰਾਜ ਜੀ ਦੇ ਵੱਡੇ ਦਮਾਦ ਸਨ ਭਾਈ ਰਾਮਾ ਜੀ, ਉਹ ਵੀ ਆ ਗਏ। ਜਿਤਕ ਭਤੀਜੇ ਸੋ ਸਭ ਆਏ। ਮਹਾਰਾਜ ਜੀ ਦੇ ਜਿੰਨੇ ਭਤੀਜੇ ਸੀ ਭਾਈ ਗੁਰਦਾਸ ਜੀ ਹੋਣੀ, ਉਹ ਵੀ ਆ ਗਏ। ਗੋਇੰਦਵਾਲ ਬਸੇ ਘਰ ਪਾਏ। ਗੋਇੰਦਵਾਲ ਸਾਹਿਬ ਆ ਕੇ ਘਰ ਬਣਾ ਕੇ ਰਹਿਣ ਲੱਗੇ। ਇਤਿਆਦਿਕ ਸੰਬੰਧੀ ਸਾਰੇ। ਇਤਿਆਦਿਕ ਹੋਰ ਵੀ ਬਹੁਤ ਸਾਰੇ ਮਹਾਰਾਜ ਜੀ ਦੇ ਜਿਹੜੇ ਸਾਖ ਸੰਬੰਧੀ ਸਨ। ਆਏ ਬਸੇ ਗੁਰ ਨਿਕਟ ਸੁਖਾਰੇ। ਆ ਕੇ ਗੋਇੰਦਵਾਲ ਸਾਹਿਬ ਗੁਰੂ ਪਾਤਸ਼ਾਹ ਦੇ ਨੇੜੇ ਵਸ ਕੇ ਸੁਖ ਮਾਣਨ ਲੱਗੇ। ਪ੍ਰਾਪਤ ਸਰਬੋਤਮ ਵਡਿਆਈ। ਉਹਨਾਂ ਨੂੰ ਸਰਬੋਤਮ ਵਡਿਆਈ ਪ੍ਰਾਪਤ ਹੋਈ। ਗੁਰੂ ਨਗਰੀ ਵਿੱਚ ਗੁਰੂ ਕੇ ਸਮੀਪ ਵਸਣ ਦੀ ਮੁਕਤੀ ਮਿਲੀ। ਮਾਨੇ ਮਾਨ
ਮਾਨਵ ਬੋ ਸੁਖ ਪਾਈ ਔਰ ਜਿਹੜੇ ਇਸ ਭਾਵ ਨੂੰ ਮੰਨਦੇ ਨੇ ਉਹ ਸੁਖ ਪਾਉਂਦੇ ਹਨ। ਸਭ ਲਾਇਕ ਸੰਬੰਧੀ ਜਾਨ ਜਿਹੜੇ ਮਹਾਰਾਜ ਜੀ ਦੇ ਲਾਇਕ ਸੰਬੰਧੀ ਸਨ ਸਾਰੇ, ਆਏ ਸਮੀਪ ਬਸੇ ਪੁਰ ਉਹ ਥਾਨ ਸਾਰੇ ਗੁਰੂ ਨਗਰੀ ਚਾਣ ਵਸੇ ਨੇ ਮਹਾਰਾਜ ਜੀ ਦੇ ਪਾਸ। ਸਤਿਗੁਰ ਦੇ ਕਰ ਧੀਰਜ ਸਭੇ ਸਭ ਨੂੰ ਧੀਰਜ ਦੇ ਕਰਕੇ ਨਿਕਟ ਬਸਾਵਨ ਕੀਨੇ ਤਬੇ ਮਹਾਰਾਜ ਜੀ ਨੇ ਸਭ ਨੂੰ ਆਪਣੇ ਨੇੜੇ ਵਸੇਬਾ ਦਿੱਤਾ ਹੈ, ਸਭ ਨੂੰ ਆਪਣੇ ਪਾਸ ਸਥਾਨ ਬਖਸ਼ਿਸ਼ ਕੀਤਾ ਹੈ। ਧੰਨ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਕਥਾ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ। ਸਾਧ ਸੰਗਤ ਜੀ ਬੇਨਤੀ ਹੈ, ਮੌਸਮ ਦੀ ਤਬਦੀਲੀ ਮੁਤਾਬਕ ਕੱਲ ਤੋਂ ਸ਼ਾਮ ਨੂੰ ਸਮੇਂ ਦੇ ਵਿੱਚ 15 ਮਿੰਟ ਦੀ ਤਬਦੀਲੀ ਕੀਤੀ ਗਈ ਹੈ। ਕੱਲ ਸ਼ਾਮ ਨੂੰ ਇਤਿਹਾਸ ਦੀ ਕਥਾ 5 ਤੋਂ 6 ਵਜੇ ਤੱਕ ਹੋਵੇਗੀ। ਇਸੇ ਤਰ੍ਹਾਂ ਬਾਕੀ ਸਾਰਾ ਸਮਾਗਮ ਜੋ ਰਾਤ ਦੇ ਸੁਖਾਸਣ ਤੱਕ ਦੀ ਸਾਰੀ ਸੇਵਾ ਹੈ ਉਹ 15 ਮਿੰਟ ਦੇ ਸਮੇਂ ਦੀ ਤਬਦੀਲੀ ਨਾਲ ਫਰਕ ਪਾਇਆ ਗਿਆ ਹੈ। ਕੱਲ ਨੂੰ ਆਪ ਜੀ 5 ਵਜੇ ਹਾਜ਼ਰ ਹੋ ਕੇ ਗੁਰੂ ਪਾਤਸ਼ਾਹ ਜੀ ਦਾ ਜਸ ਗੁਰੂ ਸਾਹਿਬ ਦੀ ਕਥਾ ਸਰਵਣ ਕਰੋ। 5 ਵਜੇ ਤੋਂ ਪਹਿਲਾਂ ਹਾਜ਼ਰ ਹੋਣ ਦੀ, ਕਥਾ ਤੋਂ 5-7 ਮਿੰਟ ਪਹਿਲਾਂ ਹਾਜ਼ਰ ਹੋਣ ਦੀ ਪ੍ਰਵਿਰਤੀ ਬਣਾਉਣੀ ਚਾਹੀਦੀ ਹੈ। ਆਮ ਕਰਕੇ ਅਸੀਂ ਕਹਿੰਦੇ ਹਾਂ ਚਲੋ ਪਹਿਲਾਂ 15 ਕੁ ਮਿੰਟ ਮੰਗਲ 'ਚ ਲੰਘ ਜਾਣਗੇ ਫਿਰ ਜਾ ਕੇ ਬੈਠਾਂਗੇ ਸਜਾਂਗੇ। ਜੇ ਪਹਿਲਾਂ ਆ ਕੇ ਹਾਜ਼ਰ ਹੋ ਕੇ ਸਜ ਜਾਈਏ, ਮੰਗਲ ਦੇ ਵਿੱਚ ਮਹਾਰਾਜ ਜੀ ਦੇ ਚਰਨਾਂ ਵਿੱਚ ਹਾਜ਼ਰੀ ਲਵਾਈਏ ਤਾਂ ਸੁਰਤਾ ਬਿਰਤਾ ਇੰਨੇ ਨੂੰ ਸੂਖਮ ਹੋ ਕੇ ਇਕਾਗਰ ਹੋ ਜਾਂਦਾ ਹੈ। ਵੱਧ ਹਾਜ਼ਰੀ ਲੱਗ ਜਾਏਗੀ, ਵੱਧ ਸਮਾਂ ਗੁਰੂ ਸਾਹਿਬ ਦੇ ਚਰਨਾਂ 'ਚ ਲੱਗ ਕੇ ਲੇਖੇ ਲੱਗੇਗਾ। ਤੋਂ ਕੱਲ ਨੂੰ ਆਪ ਜੀ ਨੇ 5 ਵਜੇ ਹਾਜ਼ਰ ਹੋ ਕੇ ਗੁਰੂ ਪਾਤਸ਼ਾਹ ਜੀ ਦਾ ਜਸ ਸਰਵਣ ਕਰਨਾ। ਵਾਹਿਗੁਰੂ 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 ਹੈ ਅਚੁੱਤ ਹੈ ਪਾਰ ਬ੍ਰਹਮ ਅਗਨਾਸੀ ਅਗਨਾਸੀ ਹੈ ਪੂਰਨ ਹੈ ਸਰਬਮੈ ਸੁਖ ਪੰਜਨ ਗੁਣ ਤਾਸ ਹੈ ਸੰਗੀ ਹੈ ਨਿਰੰਕਾਰ ਏ ਨਿਰਗੁਣ ਸਭ ਟੇਕ ਹੈ ਗੋਬਿੰਦ ਹੈ ਗੁਣ ਨਿਧਾਨ ਜਾਂ ਕੀ ਸਦਾ ਬਵੇਕ ਹੈ ਪਰੰਪਰ ਹਰ ਹਰੇ ਹੈ ਪੀਓਣ ਹਾਰੇ ਸੰਤਹ ਕੈ ਸਦਾ ਸੰਗ ਨਿਧਾਰਾ ਆਧਾਰ ਠਾਕੁਰ ਹਉ ਦਾਸਰੋ ਮੈਂ ਨਿਰਗੁਣ ਗੁਣ ਨਹੀਂ ਕੋਈ ਨਾਨਕ ਦੀਜੈ ਨਾਮ ਦਾਨ ਰਾਖੋਈਐ ਪਰੋਏ ਆਏ ਪ੍ਰਭ ਸ਼ਰਣਾਗਤੇ ਕਿਰਪਾ ਨਿਧ ਦਿਆਲ ਇਕ ਅੱਖਰ ਹਰ ਮਨ ਬਸਤ ਨਾਨਕ ਹੋਤੇ ਨਿਆਲ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਤੇਰੇ ਪਾਰੇ ਸੋ ਸ਼ਰਦਾ ਕਰ ਸੇਵੰਦੇ ਗੁਰ ਪਾਰੇ ਉਤਾਰਨਿਆਰ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਤੇਰੇ ਪਾਰੇ ਸੋ ਸ਼ਰਦਾ ਕਰ ਸੇਵੰਦੇ ਗੁਰ ਪਾਰੇ ਉਤਾਰਨਿਆਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।